ਵੀ ਵਿਚਾਰ ਲੈ ਕੇ ਹਾਜ਼ਰ ਹਾਂ। ਚਾਹੇ ਆਨੰਦ ਵਿਵਾਹ ਜਾਂ ਜਸ਼ਨ, ਕਿਵੇਂ ਕਿਵੇਂ ਇਹ ਚੀਜ਼ਾਂ ਟਾਈਮ ਬਾਏ ਟਾਈਮ ਜਿਹੜੀਆਂ ਨੇ ਚੇਂਜ ਹੋ ਜਾਂਦੀਆਂ ਨੇ। ਅਤੇ ਅਸਲ ਦੇ ਵਿੱਚ ਆਨੰਦ ਕਾਰਜ ਕੀ ਹੋਣਾ ਚਾਹੀਦਾ ਆ, ਜਾਂ ਉਸ ਆਨੰਦ ਕਾਰਜ ਦੀ ਕੀ ਰਸਮ ਹੋਣੀ ਚਾਹੀਦੀ ਹੈ ਜਿਹੜੀ ਆਨੰਦ ਕਾਰਜ ਤੋਂ ਨਿਕਲ ਕੇ ਵਿਆਹ ਵਿੱਚ ਤਬਦੀਲ ਹੋਈ, ਜਸ਼ਨਾਂ ਦੇ ਵਿੱਚ ਤਬਦੀਲ ਹੋਈ, ਅਤੇ ਜਸ਼ਨਾਂ ਤੋਂ ਬਾਅਦ ਵਿੱਚ ਨਸ਼ੇ ਸ਼ਰਾਬ ਜਾਂ ਇਹੋ ਜਿਹੀਆਂ ਅਲਾਮਤਾਂ ਦੇ ਨਾਲ ਘਿਰਦੀ ਗਈ, ਅਤੇ ਜਿਹਦੇ ਵਿੱਚ ਬਾਅਦ ਵਿੱਚ ਸਮਾਜ ਦੇ ਵਿੱਚ ਵੱਖੋ ਵੱਖਰੀਆਂ ਬੁਰਾਈਆਂ ਜੋ ਨੇ ਉਹ ਸਮਾਜ ਵਿੱਚ ਫੈਲਦੀਆਂ ਗਈਆਂ। ਸੋ ਸਾਡੇ ਨਾਲ ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਪ੍ਰੋਫੈਸਰ ਨਛੱਤਰ ਸਿੰਘ ਜੀ ਨਾਲ ਨੇ। ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ। ਪਹਿਲਾ ਸਵਾਲ ਭਾਈ ਸਾਹਿਬ ਮੈਂ ਤੁਹਾਨੂੰ ਇਹ ਕਰਾਂਗਾ ਕਿ ਆਨੰਦ ਕਾਰਜ ਵਿਵਾਹ ਦੇ ਵਿੱਚ ਜਾਂ ਵਿਆਹ ਦੇ ਵਿੱਚ ਫਰਕ ਕੀ ਹੈ? ਜੀ ਧੰਨਵਾਦ ਹੈ ਜੀ ਸਾਰਿਆਂ ਦਾ। ਵੀਰ ਮਲਕੀਤ ਸਿੰਘ ਹੋਣਾ ਨੇ ਜਿਵੇਂ 3 ਚੀਜ਼ਾਂ ਸਾਂਝੀਆਂ ਕੀਤੀਆਂ ਆ ਵੀ ਇਹ ਆਨੰਦ ਕਾਰਜ ਤੇ ਆਨੰਦ ਕਾਰਜਾਂ ਤੋਂ ਹੌਲੀ ਹੌਲੀ ਇਹ ਜਸ਼ਨ ਵਾਲੇ ਬੰਨੇ ਨੂੰ ਗੱਲ ਜਿਹੜੀ ਆ ਉਹ ਚੱਲ ਪਈ। ਤੇ ਜਦੋਂ ਗੱਲ ਜਸ਼ਨਾਂ ਵਿੱਚ ਆ ਜਾਂਦੀ ਹੈ ਫਿਰ ਸੁਭਾਵਕ ਹੁੰਦਾ ਆ ਵੀ ਉਹਦਾ ਜਿਹੜਾ ਬੇਸਿਕ ਚੀਜ਼ਾਂ ਹੁੰਦੀਆਂ ਆ ਉਹ ਸਾਡੇ ਤੋਂ ਅਲੋਪ ਹੋ ਜਾਂਦੀਆਂ, ਕਿਉਂਕਿ ਜਸ਼ਨ ਵਿੱਚ ਫਿਰ ਖੁਸ਼ੀਆਂ ਚਾਅ ਜਾਂ ਉਹਨਾਂ ਨੂੰ ਮਨਾਉਣ ਦੇ ਢੰਗ ਬਹੁਤ ਕੁਝ ਆਪਣੇ ਢੰਗ ਨਾਲ ਜਿਹੜਾ ਵਾਪਰ ਜਾਂਦਾ। ਦੂਜਾ ਮਲਕੀਤ ਸਿੰਘ ਜੀ, ਇੱਕ ਖਾਸ ਜਿਹੜੀ ਪ੍ਰੋਬਲਮ ਹੈ ਨਾ ਸਾਡੇ ਪੰਜਾਬੀ ਭਾਈਚਾਰੇ 'ਚ, ਵੈਸੇ ਤਾਂ ਸਾਰਿਆਂ 'ਚ ਹੀ ਹੈਗੀ ਹੈ ਪਰ ਸਾਡੇ 'ਚ ਜ਼ਿਆਦਾ ਆ। ਜੀ ਅਸੀਂ ਅਕਸਰ ਨਾ ਗੱਲ ਇੱਦਾਂ ਕਰਦੇ ਹਾਂ ਵੀ ਚੱਲ ਇਹਦੇ ਨਾਲ ਕੀ ਉਹ ਚੱਲਿਆ ਆ, ਜਾਂ ਜੇ ਮੈਂ ਨਹੀਂ ਕਰੂੰਗਾ ਤੇ ਕੀ ਹੋਊਗਾ। ਜਿਵੇਂ ਬੜੀ ਪਿਆਰੀ ਕਿਸੇ ਨੇ ਗੱਲ ਕੋਟ ਕੀਤੀ, ਕਹਿੰਦੇ ਵੀ ਪਿੰਡ ਵਿੱਚ ਨਾ ਹਾਂਜੀ ਆਨੰਦ ਕਾਰਜ ਰੱਖਿਆ ਤੇ ਅਨਾਉਂਸ ਕਰਤਾ ਵੀ ਭਾਈ ਆਨੰਦ ਕਾਰਜ ਹੈ ਪਿੰਡ ਵਿੱਚ ਕਿਸੇ ਦਾ, ਹਾਂਜੀ, ਤੇ ਸਾਰੇ ਹੀ ਯੋਗਦਾਨ ਪਾਇਓ ਵੀ ਗੜਵੀ ਦੁੱਧ ਜਿਹੜਾ ਆ ਉਹ ਪਾ ਜਾਓ ਤਾਂ ਕਿ ਆਨੰਦ ਕਾਰਜ ਕਰਨ ਵਾਲੇ ਨੂੰ ਦੁੱਧ ਮੁੱਲ ਨਾ ਲੈਣਾ ਪਵੇ ਤੇ ਮਦਦ ਹੋ ਜਾਏ, ਉਹਦੀ ਮਦਦ ਹੋ ਜਾਏ। ਹਾਂਜੀ ਹਨਾ। ਤੇ ਹੁਣ ਮੰਨ ਲਓ ਮੈਨੂੰ ਸੁਣਿਆ ਤੇ ਮੈਂ ਏਦਾਂ ਕੀਤਾ ਵੀ ਚੱਲ ਸਾਰਿਆਂ ਪਾ ਹੀ ਲੈਣਾ ਗੜਵੀ, ਹਾਂਜੀ, ਮੈਂ ਨਹੀਂ ਪਾਊਂਗਾ ਤੇ ਕੀ ਹੋਊਗਾ, ਕੀ ਫਰਕ ਪੈਣਾ। ਅੱਛਾ, ਦੂਜੇ ਨੇ ਜਿਹਨੇ ਸੁਣਿਆ ਉਹਨੇ ਸੋਚਿਆ ਚੱਲ ਸਾਰੇ ਪਿੰਡ ਨੇ ਪਾਈ ਜਾਣਾ, ਜੇ ਮੈਂ ਨਹੀਂ ਪਾਊਂਗਾ ਤੇ ਕੀ ਫਰਕ ਪੈ ਚੱਲਿਆ ਇਹਦੇ ਨਾਲ। ਹਾਂਜੀ, ਏਦਾਂ ਕਰਦਿਆਂ ਸਾਰੇ ਪਿੰਡ ਨੇ ਐ ਸੋਚ ਲਿਆ ਵੀ ਚੱਲ ਜੇ ਅਸੀਂ ਨਹੀਂ ਪਾਵਾਂਗੇ ਤੇ ਕੀ ਹੋਏਗਾ ਇਹਦੇ ਨਾਲ। ਤੇ ਯਾਨੀ ਕਿ ਉੱਥੇ ਉਹ ਦੁੱਧ ਪਾਉਣ ਵਾਸਤੇ ਕੋਈ ਵੀ ਨਹੀਂ। ਹੁਣ ਇਹ ਹੁੰਦਾ ਵੀ ਏਦਾਂ ਹੀ ਕਰ ਜਿਹੜੀਆਂ ਮਰਿਆਦਾ ਕੌਮ ਵਿੱਚ ਜਾਂ ਧਰਮ ਵਿੱਚ ਚੀਜ਼ਾਂ ਹੌਲੀ ਹੌਲੀ ਅਲੋਪ ਹੁੰਦੀਆਂ ਨਾ, ਉਹ ਏਦਾਂ ਹੀ ਹੁੰਦੀਆਂ ਵੀ ਚੱਲ ਸਾਰੇ ਐਂ ਕਰਦੇ, ਅਸੀਂ ਥੋੜਾ ਜਿਹਾ ਐਂ ਕਰ ਲਾਂਗੇ ਤੇ ਕੀ ਹੋ ਜਾਏਗਾ, ਕੀ ਫਰਕ ਪੈਣਾ। ਇੱਥੋਂ ਫਿਰ ਜਿਹੜੀ ਗੱਲ ਵਿਆਹ ਦੀ ਜਾਂ ਆਨੰਦ ਕਾਰਜ ਵਾਲੇ ਬੰਨੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪ੍ਰੇਰ ਕੇ ਲਿਆਂਦਾ ਨਾ, ਤੇ ਜਿਹੜੀਆਂ ਜ਼ਰੂਰੀ ਗੱਲਾਂ ਸਾਡੇ ਬਾਣੀ ਦੇ ਰਾਹੀਂ ਜਾਂ ਸਾਡੀ ਮਰਿਆਦਾ ਦੇ ਰਾਹੀਂ ਸਾਡੇ ਵਿੱਚ ਸਾਡੇ ਪੁਰਖਿਆਂ ਨੇ ਬੜੀ ਘਾਲਣਾ ਘਾਲ ਕੇ ਵੀ ਸਿੱਖਾਂ ਦੇ ਆਨੰਦ ਕਾਰਜ, ਕਿਉਂਕਿ ਅਸੀਂ ਜਦੋਂ ਨਿਆਰੇਪਨ ਦੀ ਗੱਲ ਕਰਦੇ ਆ ਨਾ ਤੇ ਉਹਦਾ ਮਤਲਬ ਹੁੰਦਾ ਵੀ ਤੁਹਾਡੀ ਹਰ ਇੱਕ ਚੀਜ਼ ਨਿਆਰੀ ਹੋਵੇ, ਨਿਵੇਕਲੀ ਹੋਵੇ, ਚੰਗੇ ਤਰੀਕੇ ਵਾਲੀ, ਹਾਂ, ਸਮਾਜ ਨੂੰ ਸੇਧ ਦੇਣ ਵਾਲੀ ਹੋਵੇ। ਲੋਕ ਤੁਹਾਡੇ ਘਰ ਆਨੰਦ ਕਾਰਜ ਵਿੱਚ ਵੀ ਆਉਣ ਤੇ ਉੱਥੋਂ ਵੀ ਸਬਕ ਸਿੱਖ ਕੇ ਜਾਣ। ਜਿਵੇਂ ਗੁਰੂ ਸਾਹਿਬ ਜੀ ਨੂੰ ਜਨੇਊ ਪਾਉਣ ਲੱਗੇ ਤਾਂ ਗੁਰੂ ਸਾਹਿਬ ਜੀ ਨੇ ਉਸ ਜਨੇਊ ਪਾਉਣ ਵਾਲੀ ਘਟਨਾ ਨੂੰ ਵੀ ਕਿੱਡੀ ਕ੍ਰਾਂਤੀਕਾਰੀ ਵਿਚਾਰਾਂ ਨਾਲ ਜੋੜ ਲਿਆ। ਬਿਲਕੁਲ, ਵੀ ਜੇ ਹੁਣ ਉੱਥੇ ਸਲਾਹ ਦੇਣ ਵਾਲੇ ਬਹੁਤ ਹੋਣੇ ਆ ਜਿਹੜੇ ਕਹਿੰਦੇ ਹੋਣੇ ਵੀ ਚੱਲ ਕੋਈ ਨਹੀਂ, ਕਾਹਨੂੰ ਬੰਦਾ ਨਾਰਾਜ਼ ਕਰਨਾ ਸੀ, ਇੰਨਾ ਪੁਰਾਣਾ ਪੰਡਤ ਹਰਦਿਆਲ ਪੁਰਾਣੇ ਬਜ਼ੁਰਗਾਂ ਨਾਲ ਬਹਿਣ ਖਲੋਣ ਸੀ ਵੀ ਆਪਾਂ ਇਹਦੀ ਸੁਣ ਲੈਂਦੇ, ਚੱਲ ਨਹੀਂ ਪਾਉਣਾ ਜਿਵੇਂ ਆਮ ਨਹੀਂ ਕਹਿਣਗੇ ਚੱਲ ਨਾ ਪਾਉਣਾ ਹੋਇਆ ਤੁਸੀਂ ਨਾ ਪਾਇਓ, ਨਾ ਕਰਿਓ, ਉਦਾਂ ਚੱਲ ਮਾੜਾ ਜਿਹਾ ਇੱਦਾਂ ਕਰਦਿਆਂ ਹੌਲੀ ਹੌਲੀ ਜਿਹੜੇ ਆ ਉਹ ਗੁਰਮਤ ਦਾ ਕਨਸੈਪਟ ਆਨੰਦ ਕਾਰਜ ਵਾਲੇ ਬੰਨੇ ਆਇਆ ਸੀ, ਉਹ ਹੌਲੀ ਹੌਲੀ ਵਿਆਹਾਂ ਵਾਲੇ ਬੰਨੇ ਨੂੰ ਫਿਰ ਤੁਰ ਪਿਆ ਵੀ ਉਹੀ ਰਸਮ, ਉਹੀ ਕਰਮਕਾਂਡ, ਉਹੀ ਸਾਰੀਆਂ ਗੱਲਾਂ, ਤੇ ਜਿਹੜਾ ਬਾਣੀ ਦਾ ਅਸਲੀ ਸੁਨੇਹਾ ਆ, ਜਿਹੜਾ ਬਾਣੀ ਦਾ ਅਸਲੀ ਉਪਦੇਸ਼ ਹੈ, ਉਹ ਸਾਡੇ ਵਿੱਚੋਂ ਹੌਲੀ ਹੌਲੀ ਜਿਹੜਾ ਅਲੋਪ ਹੋ ਗਿਆ। ਤੇ ਜਿਹੜਾ ਦਿਸ ਰਿਹਾ ਆਨੰਦ ਕਾਰਜ ਹੈ ਨਾ, ਉਹ ਨਾਮ ਆਨੰਦ ਕਾਰਜ ਹੈ। ਏਦਾਂ ਕਹਿ ਲਓ ਵੀ ਜਿਵੇਂ ਨਾਨਕਸ਼ਾਹੀ ਕੈਲੰਡਰ ਦੀ ਨਹੀਂ ਗੱਲ ਆਪਾਂ ਕਰਦੇ ਹੁੰਦੇ ਵੀ ਉਹ ਨਾਮ ਨਾਨਕਸ਼ਾਹੀ ਹੈ। ਹੁਣ ਕਈ ਸਾਨੂੰ ਕਹਿਣਗੇ
ਕਮੇਟੀ ਵਾਲਿਆਂ ਦਾ ਵੀ ਤੇ ਨਾਨਕਸ਼ਾਹੀ ਕੈਲੰਡਰ, ਉਹਦੇ ਉੱਪਰ ਵੀ ਐ ਨਾਨਕਸ਼ਾਹੀ ਕੈਲੰਡਰ ਹੀ ਲਿਖਿਆ ਹੁੰਦਾ, ਯਾਨੀ ਕਿ ਲਿਖਿਆ ਉਹਦੇ ਉੱਤੇ ਵੀ ਉਹ ਹੈ, ਪਰ ਉਹਦੇ ਅੰਦਰ ਜਿਹੜੇ ਉਹਦੇ ਚ ਜਿਹੜਾ ਜ਼ਹਿਰ ਘੋਲ ਦਿੱਤਾ ਗਿਆ ਨਾ, ਦਿੱਤੀਆਂ, ਉਹਨੇ ਨਿਆਰਾਪਨ ਤੁਹਾਡਾ ਖਤਮ ਕਰਤਾ, ਯਾਨੀ ਕਿ ਫਿਰ ਤੁਹਾਨੂੰ ਉਹਨਾਂ ਦੀ ਜੰਤਰੀ ਵਾਲੀ ਵੇਖਣਾ ਪੈਣਾ ਹੈ। ਸੋ ਇਦਾਂ ਹੀ ਮਰਿਆਦਾ ਜਿਹੜੀ ਹੈ ਸਾਡੇ ਆਨੰਦ ਕਾਰਜਾਂ ਦੀ ਹੌਲੀ ਹੌਲੀ ਗੁਰਮਤਿ ਸਿਧਾਂਤ ਤੋਂ ਕੋਰੀ, ਗੁਰੂ ਸਿੱਖਿਆ ਤੋਂ ਕੋਰੀ, ਜਿਹੜੀ ਮੈਂ ਸ਼ਬਦ ਸਵੇਰੇ 2 ਪੰਕਤੀਆਂ ਇਸ ਤੇ ਕੋਟ ਕੀਤੀਆਂ ਸੀ ਵੀ ਬਾਬਾ ਆਨੰਦਾਂ ਦਾ ਕਾਰਜ ਜਿਹੜਾ ਆ ਤੇਰਾ, ਅਸੀਂ ਅੱਜ ਜਸ਼ਨਾਂ ਦੀ ਭੀੜ ਵਿੱਚ ਤਬਦੀਲ ਕਰ ਦਿੱਤਾ ਹੈ। ਤੇਰਾ ਕਾਰਜ ਆਨੰਦਾਂ ਦਾ ਕਰ ਦਿੱਤਾ ਜਸ਼ਨਾਂ ਵਿੱਚ ਤਬਦੀਲ, ਹਨਾ। ਤੇ ਜਸ਼ਨਾਂ ਵਿੱਚ ਤਬਦੀਲ ਕਰਕੇ ਫਿਰ ਹੋਇਆ ਕਿ ਅੱਜ ਰਿਸ਼ਤੇ ਨਿਭਾਉਣ ਦੀ ਬਾਬਾ ਮੁੱਕ ਗਈ ਹੈ ਰੀਝ, ਕਿ ਜਦੋਂ ਉਹ ਜਸ਼ਨ ਆ ਜਾਣਗੇ ਫਿਰ ਤੁਹਾਡੇ ਚ ਰੀਝਾਂ ਜਿਹੜੀਆਂ ਆ ਜਾਂ ਜਿਹੜੇ ਚ ਉਹਦੇ ਚ ਪਿਆਰ ਹੈ ਉਹ ਹੌਲੀ ਹੌਲੀ ਖਤਮ ਹੋ ਜਾਏਗਾ। ਕਿਉਂਕਿ ਜਸ਼ਨ ਚ ਜਿਹੜੇ ਲੋਕ ਰੁੱਝ ਜਾਂਦੇ ਆ ਉਹ ਜ਼ਿੰਮੇਵਾਰੀਆਂ ਤੋਂ ਵੀ ਕੋਰੇ ਹੋ ਜਾਂਦੇ ਆ ਤੇ ਉਹ ਉਸ ਸਥਿਤੀ ਨੂੰ ਸਮਝਣ ਦੇ ਲਈ ਵੀ ਜਿਹੜੇ ਉਹ ਕਾਬਿਲ ਨਹੀਂ ਰਹਿੰਦੇ। ਉੱਥੇ ਫਿਰ ਉਹਨਾਂ ਦੇ ਡਿਸੀਜਨ, ਜਿਵੇਂ ਮੈਂ ਬੜੀ ਪਿਆਰੀ ਗੱਲ ਪੜ੍ਹ ਰਿਹਾ ਸੀ ਵੀ ਇਹ ਫੈਸਲੇ ਕਰਨ ਦੀ ਘੜੀ ਹੁੰਦੀ ਹੈ, ਇੱਥੇ ਤੁਸੀਂ ਡਿਸੀਜਨ ਲੈਣੇ ਹੁੰਦੇ। ਔਰ ਆਨੰਦ ਕਾਰਜ ਇੱਕ ਇਹੋ ਜਿਹਾ ਕਾਰਜ ਹੈ ਜਿੱਥੇ ਤੁਹਾਡੀ ਚੱਲਣੀ ਹੁੰਦੀ ਹੈ। ਬਾਣੀ ਦੇ ਵਿੱਚ ਜਿਵੇਂ 4 ਸੰਸਕਾਰਾਂ ਦਾ ਜ਼ਿਕਰ ਆਇਆ, ਹਾਂਜੀ, ਤੇ ਉਹਦੇ ਚ ਹੈ ਵੀ ਜਨਮ ਸੰਸਕਾਰ, ਨਾਮ ਸੰਸਕਾਰ ਤੇ ਮ੍ਰਿਤਕ ਸੰਸਕਾਰ, ਫਿਰ ਇੱਕ ਹੈ ਆਨੰਦ ਸੰਸਕਾਰ। ਆਨੰਦ ਸੰਸਕਾਰ, ਠੀਕ ਹੈ। ਹੁਣ ਜਨਮ ਸੰਸਕਾਰ ਵੇਲੇ ਪਤਾ ਨਹੀਂ ਕਿ ਤੁਹਾਨੂੰ ਕਿਹੋ ਜਿਹੇ ਸੰਸਕਾਰ ਤੁਹਾਡੇ ਆਲੇ ਦੁਆਲੇ ਨੇ ਦੇਣੇ, ਬਿਲਕੁਲ, ਜਾਂ ਮੌਤ ਵੇਲੇ ਵੀ ਨਹੀਂ ਪਤਾ ਵੀ ਹੋ ਸਕਦਾ ਜਿਹੜੀਆਂ ਗੱਲਾਂ ਦਾ ਸਾਰੀ ਜ਼ਿੰਦਗੀ ਤੁਸੀਂ ਵਿਰੋਧ ਕਰਦੇ ਰਹੇ ਹੋ ਜਾਂ ਜਿਹਦੇ ਲਈ ਤੁਸੀਂ ਸਟਰਗਲ ਕਰਦੇ ਰਹੇ ਹੋ, ਤੇ ਤੁਹਾਡੇ ਮਰਨ ਵੇਲੇ ਉਹੀ ਕਰਮਕਾਂਡ ਤੁਹਾਡੇ ਨਾਲ ਜੋੜ ਦਿੱਤੇ ਜਾਣ, ਜਿਵੇਂ ਸਾਡੇ ਗੁਰੂਆਂ ਨਾਲ ਹੋਇਆ ਵੀ ਜਿਹੜੀ ਚੀਜ਼ ਲਈ ਗੁਰੂ ਸਾਹਿਬ ਜੀ ਲੜਦੇ ਰਹੇ, ਫਾਈਟ ਕਰਦੇ ਰਹੇ, ਅੱਜ ਉਹੋ ਹੀ ਗੱਲਾਂ ਸਾਡੇ ਗੁਰੂ ਸਾਹਿਬ ਜੀ ਦੇ ਨਾਲ। ਜੇ ਸਾਡੇ ਗੁਰੂ ਸਾਹਿਬ ਨੇ ਲੋਕਾਂ ਨੂੰ ਪਹਾੜਾਂ ਚੋਂ ਕੱਢ ਕੇ ਲਿਆਂਦਾ, ਅਸੀਂ ਗੁਰੂ ਸਾਹਿਬਾਂ ਨੂੰ ਪਹਾੜਾਂ 'ਚ ਲੈ ਗਏ। ਜੇ ਗੁਰੂ ਸਾਹਿਬ ਜੀ ਨੇ ਭੋਰਿਆਂ ਚੋਂ ਕੱਢ ਕੇ ਉਸ ਵੇਲੇ ਦੇ ਵਿਹਲੜਾਂ ਨੂੰ ਲਿਆਂਦਾ ਵੀ ਯਾਰ ਤੁਸੀਂ ਲੋਕਾਂ ਨੂੰ ਲੁੱਟ ਕੇ ਖਾ ਜਾਂਦੇ ਹੋ, ਬਾਅਦ 'ਚ ਭੋਰਿਆਂ 'ਚ ਬਹਿ ਜਾਂਦੇ ਹੋ, ਅਸੀਂ ਗੁਰੂ ਸਾਹਿਬ ਜੀ ਨੂੰ ਭੋਰਿਆਂ 'ਚ ਵੜਤਾ। ਸੋ ਏਦਾਂ ਚੀਜ਼ਾਂ ਹੁੰਦੀਆਂ ਵੀ ਤੁਹਾਡੇ ਜਨਮ ਵੇਲੇ ਤੇ ਤੁਹਾਡੇ ਮੌਤ ਵੇਲੇ ਤੁਹਾਡੇ ਸੰਸਕਾਰਾਂ ਨਾਲ ਮਨਮਤ ਦਾ ਜੁੜ ਜਾਣਾ ਸੁਭਾਵਿਕ ਹੁੰਦਾ। ਪਰ ਆਨੰਦ ਕਾਰਜ ਇੱਕ ਇਹੋ ਜਿਹਾ ਡਿਸੀਜਨ ਹੈ, ਇਹੋ ਜਿਹਾ ਇੱਕ ਕਦਮ ਹੈ ਜਿਹੜਾ ਤੁਸੀਂ ਹੋਸ਼ੋ ਹਵਾਸ ਵਿੱਚ ਜਾਣਾ ਹੁੰਦਾ। ਸਗੋਂ ਇੱਥੋਂ ਤੱਕ ਵੀ ਆਪਾਂ ਗੱਲ ਕਰਦੇ ਹੁੰਦੇ ਆ ਵੀ ਜਦੋਂ ਆਨੰਦ ਕਾਰਜ ਦੀ ਗੱਲ ਚੱਲਦੀ ਹੈ ਨਾ, ਵੀ ਜੇ ਬੱਚਾ ਏਦਾਂ ਕੋਸ਼ਿਸ਼ ਕਰੇ ਵੀ ਮੈਂ ਏਦਾਂ ਕਰਨਾ ਆ, ਤਾਂ ਪਰਿਵਾਰ ਨੂੰ ਉਹਦੇ ਨਾਲ ਸਹਿਮਤ ਹੋਣਾ ਪੈਂਦਾ, ਸਹਿਮਤ ਹੋਣਾ ਚਾਹੀਦਾ ਹੈ। ਹਾਂ, ਚਾਹੀਦਾ ਵੀ ਆ ਤੇ ਹੋਣਾ ਵੀ ਪੈਂਦਾ, ਕਿਉਂਕਿ ਉਹਦੇ ਨਾਲ ਹੀ ਹੈ ਨਾ ਗੱਲ। ਸੋ ਮੈਂ ਪੜ੍ਹ ਰਿਹਾ ਸੀ ਯਾਹੂ ਬਾਰੇ ਵੀ 1998 ਦੇ ਵਿੱਚ ਨਾ ਯਾਹੂ ਨੂੰ ਦੀ ਪੇਸ਼ਕਸ਼ ਹੋਈ, ਠੀਕ ਹੈ, yahoo.com ਹੈ ਜਿਹੜੀ, ਹਾਂਜੀ, yahoo.com ਨੂੰ ਗੂਗਲ ਜਿਹੜਾ ਆ ਉਹ ਖਰੀਦਣ ਦੀ ਪੇਸ਼ਕਸ਼ ਹੋਈ 1 ਮਿਲੀਅਨ ਵਿੱਚ, ਠੀਕ ਹੈ। ਉਹਦੀ ਕੀਮਤ ਉਸ ਵੇਲੇ 1 ਮਿਲੀਅਨ ਸੀ ਤੇ ਉਹ ਕਹਿੰਦੇ ਵੀ 1 ਮਿਲੀਅਨ ਦੇ ਵਿੱਚ ਯਾਹੂ ਜਿਹੜਾ ਗੂਗਲ ਨੂੰ ਖਰੀਦ ਲੈ, ਪਰ ਉਹਨੇ ਉਹ ਨਹੀਂ ਖਰੀਦਿਆ। ਪਰ 2002 ਦੇ ਵਿੱਚ ਯਾਹੂ ਨੂੰ ਲੱਗਾ ਵੀ ਮੈਂ ਗਲਤੀ ਕਰ ਲਈ ਉੱਥੇ। ਜੋ ਗੱਲ ਆਪਾਂ ਕਰ ਰਹੇ ਹਾਂ ਵੀ ਤੁਹਾਡਾ ਜਿਹੜਾ ਡਿਸੀਜਨ ਹੈ ਨਾ, ਫੈਸਲਾ, ਜਦੋਂ ਤੁਸੀਂ ਗਲਤੀ, ਤੇ ਉਹਦੇ ਤੋਂ ਬਾਅਦ ਚ ਉਹ ਪਤਾ ਨਹੀਂ ਕਿੱਡਾ ਵੱਡਾ ਨੁਕਸਾਨ ਹੋਣਾ ਹੈ। ਬਿਲਕੁਲ 2002 ਚ ਯਾਹੂ ਨੂੰ ਲੱਗਿਆ ਵੀ ਮੈਂ ਇਹ ਗਲਤੀ ਕਰ ਲਈ ਹੈ, ਤੇ ਉਹਨੇ 3 ਮਿਲੀਅਨ ਜਿਹੜਾ ਆ ਡਾਲਰ ਉਹਦੇ ਲਾ ਦਿੱਤੇ। ਰੇਟ ਵੱਧ ਗਿਆ, 2 ਮਿਲੀਅਨ ਦੇ ਵਿੱਚ 2 ਮਿਲੀਅਨ ਵੱਧ ਗਿਆ। 3 ਮਿਲੀਅਨ ਯਾਹੂ ਨੇ ਪੇਸ਼ਕਸ਼ ਕੀਤੀ ਵੀ ਮੈਨੂੰ ਦੇ ਦਿਓ, ਉਹ ਕਹਿੰਦੇ ਹੁਣ ਅਸੀਂ 5 ਦਾ ਦੇਣਾ। ਯਾਹੂ ਨੇ ਫਿਰ ਗਲਤੀ ਕੀਤੀ, ਗੂਗਲ ਉਹਨੇ 5 ਦਾ। 2008 ਦੇ ਵਿੱਚ ਜਿਹੜਾ ਆ ਮਾਈਕਰੋਸਾਫਟ ਜਿਹੜਾ ਆ ਉਹ 40 ਬਿਲੀਅਨ ਚ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਯਾਹੂ ਨੂੰ, ਉਦੋਂ ਉਹਨੇ ਖਰੀਦਿਆ ਨਹੀਂ। ਉਸ ਵੇਲੇ ਉਹਨੇ ਕਿਹਾ ਵੀ ਮੈਂ ਨਹੀਂ ਖਰੀਦਣਾ, ਪਰ 2006 ਜਿਹੜਾ ਵਾ 16 ਦੇ ਵਿੱਚ ਯਾਹੂ ਆਪ ਵਰਜਨ ਦੇ ਹੱਥ ਵਿਕ ਗਿਆ, ਮਤਲਬ ਉਹ ਵੀ 46 ਬਿਲੀਅਨ ਦੇ ਵਿੱਚ, ਉਹ ਵੀ 46। ਮਤਲਬ ਤੁਸੀਂ ਵੇਖੋ ਵੀ ਜਦੋਂ ਤੁਸੀਂ
ਤੁਹਾਡਾ ਨਿੱਕਾ ਜਿਹਾ ਫੈਸਲਾ ਹੈ ਨਾ, ਗੱਲ ਤੁਸੀਂ ਨਿੱਕੀ ਜੀ ਤਾਂ ਹੀ ਕਿ ਜਦੋਂ ਫੈਸਲੇ ਸਹੀ ਲਵਾਂਗੇ ਉਦੋਂ ਹੀ ਸਾਡੇ ਕਿਸੇ ਵੀ ਚੀਜ਼ ਚੋਂ ਫਾਸਲੇ ਘਟ ਜਾਣਗੇ। ਹਾਂ, ਜੇ ਪਹਿਲੀ ਵਾਰ ਮੰਨ ਲਓ ਕਿ ਯਾਹੂ ਫੈਸਲਾ ਸਹੀ ਲੈ ਲੈਂਦਾ ਤੇ ਉਹਦਾ ਗੂਗਲ ਨਾਲੋਂ ਫਾਸਲਾ ਉਦੋਂ ਹੀ ਘਟ ਜਾਣਾ ਸੀਗਾ। ਬਿਲਕੁਲ ਘਟ ਜਾਣਾ, ਉਹਨਾਂ ਦਾ ਫਾਸਲਾ ਵੀ ਵੱਧਦਾ ਗਿਆ ਤੇ ਉਹਦੀ ਜਿਹੜੀ ਰਕਮ ਸੀ ਉਹ ਵੀ ਵੱਧਦੀ ਗਈ। ਹਾਂ, ਤੇ ਜੋ ਮਰਜ਼ੀ ਕਰੋ, ਲਿਖਣ ਵਾਲੇ ਨੇ ਬੜਾ ਪਿਆਰਾ ਲਿਖਿਆ ਸੀ ਵੀਰ ਨੇ, ਉਹ ਕਹਿੰਦਾ ਜੋ ਮਰਜ਼ੀ ਕਰਿਓ ਯਾਹੂ ਵਾਂਗੂ ਨਾ ਕਰਿਓ। ਹਾਂ, ਉਹਦੇ ਵਾਂਗੂ ਨਾ ਕਰਿਓ, ਬਿਲਕੁਲ। ਹਾਂ, ਸੋ ਇਹ ਡਿਸੀਜਨ ਲੈਣ ਦਾ, ਇਹ ਸਮਝਣ ਦਾ, ਇਸ ਹਰ ਇੱਕ ਸਾਡੀ ਕੌਮ ਨਾਲ ਬਹੁਤ ਹੋਇਆ। ਆਪਾਂ ਪਿੱਛੇ ਵੀ ਇਹਦੇ ਤੇ ਚਰਚਾ, ਜਦੋਂ 1984 ਤੇ ਗੱਲ ਕਰਦੇ ਸੀ ਉਦੋਂ ਵੀ ਆਪਾਂ ਚਰਚਾ ਕਰਦੇ ਸੀ ਵੀ ਸਾਡੀ ਕੌਮ ਦੀ ਬਹੁਤ ਬਦਕਿਸਮਤੀ ਹੈ ਵੀ ਅਸੀਂ ਨੁਕਸਾਨ ਹੋਣ ਤੋਂ ਬਾਅਦ ਸੋਚਦੇ ਆ। ਮੈਨੂੰ ਗੱਲ ਯਾਦ ਹੈ ਵੀ ਨਵਾਬ ਕਪੂਰ ਸਿੰਘ ਪੜ੍ਹ ਰਿਹਾ ਸੀ ਤੇ ਉਸ ਵੇਲੇ ਕਿਸੇ ਨੇ ਲੈਕਚਰ ਕਰਦਿਆਂ ਗੱਲ ਕਹੀ ਵੀ 3 ਕੌਮਾਂ ਨੇ ਭਾਰਤ ਵਿੱਚ, ਤੇ 3 ਕੌਮਾਂ ਦੇ ਵਿੱਚੋਂ ਜਿਹੜੇ ਹਿੰਦੂ ਵੀਰ ਨੇ ਉਹ 100 ਸਾਲ ਅੱਗੇ ਦੀ ਸੋਚਦੇ ਆ, ਜਿਹੜੇ ਮੁਸਲਮਾਨ ਵੀਰ ਨੇ ਉਹ ਮੌਕੇ ਤੇ ਸੋਚਦੇ ਆ, ਸਿਰ ਪੈ ਤੋਂ ਸੋਚਦੇ ਆ, ਤੇ ਸਿੱਖ ਜਾਣ ਤੋਂ ਸਿੱਖ ਜਿਹੜੇ ਨੇ ਉਹ ਬਦਕਿਸਮਤੀ ਵਾਲੀ ਗੱਲ ਹੈ ਸਾਡੀ ਵੀ ਇਹ ਘਟਨਾ ਵਾਪਰਨ ਤੋਂ 30-40 ਸਾਲ ਬਾਅਦ ਇਹਨਾਂ ਨੂੰ ਪਤਾ ਲੱਗਦਾ ਵੀ ਅੱਛਾ ਸਾਡੇ ਨਾਲ ਐ ਹੋ ਗਿਆ। ਹਾਲਾਂਕਿ ਗੁਰੂ ਦੀ ਬਾਣੀ ਸਾਨੂੰ ਸੁਚੇਤ ਕਰਦੀ ਹੈ। ਦੁੱਖ ਦੀ ਬਾਤ ਇਹ ਹੈ ਕਿ 30-40 ਸਾਲਾਂ ਬਾਅਦ ਜਦੋਂ ਪਤਾ ਲੱਗਦਾ ਤੇ ਪਲੈਨਿੰਗ ਫਿਰ ਵੀ ਨਹੀਂ ਹੁੰਦੀ ਹੈ ਕਿ ਹੁਣ ਅੱਗੇ ਕੀ ਕਰਨਾ ਹੈ, ਅੱਗੇ ਕੀ ਕਰਨਾ ਹੈ, ਪਰ ਫਿਰ ਵੀ ਇਹੀ ਲੱਗਦਾ ਵੀ ਸਾਡੇ ਨਾਲ ਗਲਤ ਹੋਇਆ। ਤੇ ਕਪੂਰ ਸਿੰਘ ਕਹਿੰਦੇ ਮੈਨੂੰ ਇਹ ਗੱਲ ਲੱਗੀ ਵੀ ਸਿੱਖਾਂ ਦਾ ਮਜ਼ਾਕ ਉਡਾਇਆ ਗਿਆ ਵੀ ਸਾਡੀ ਏਦਾਂ ਇਨਸਲਟ ਕੀਤੀ ਹੈ, ਪਰ ਨਹੀਂ, ਉਹ ਕਹਿੰਦਾ ਵੀ ਮੈਂ ਜਦੋਂ ਸਾਰੀ ਚੀਜ਼ ਨੂੰ ਸਟੱਡੀ ਕੀਤਾ, ਜਦੋਂ ਲੱਗਿਆ ਵੀ ਨਹੀਂ, ਸਾਡੇ ਜਿਹੜੇ ਆਗੂ ਨੇ ਨਾ ਜਾਂ ਸਾਡੇ ਜਿਹੜੇ ਲੀਡਰ ਨੇ ਉਹ ਹੈ ਹੀ ਯਾਰ ਇਦਾਂ ਦੇ ਵੀ ਉਹ ਜਿਹੜਾ ਬੜੇ ਅਜੀਬ, ਕਿਉਂਕਿ ਫੈਸਲਿਆਂ ਵਿੱਚ ਨਾ ਬਹੁਤ ਦੁੱਖ ਦੀ ਗੱਲ ਹੈ। ਮਲਕੀਤ ਸਿੰਘ ਅੱਜ ਹਰ ਫੈਸਲੇ ਦੇ ਵਿੱਚ, ਇਹ ਤਾਂ ਆਪਾਂ ਆਨੰਦ ਕਾਰਜ ਦੀ ਗੱਲ ਕਰਦੇ ਆ ਨਾ, ਹਰ ਫੈਸਲੇ 'ਚ ਨਿੱਜ ਕੰਮ ਕਰਦੀ ਹੈ ਤੇ ਲੱਗਦਾ ਵੀ ਤੁਹਾਡਾ ਫੈਸਲਾ ਠੀਕ ਹੋਣਾ ਆ, ਪਰ ਉਹਦੇ ਪਿੱਛੇ ਸਵਾਰਥ, ਉਹਦੇ ਪਿੱਛੇ ਬੇਈਮਾਨੀ ਜਿਹੜੀ ਆ ਉਹ ਛੁਪੀ ਨਜ਼ਰ ਆਉਂਦੀ ਹੈ। ਆਪਣੇ ਸਥਾਪਿਤ ਰੱਖਣ ਦੀ ਜਾਂ ਆਪਣੇ ਆਪ ਨੂੰ ਠੀਕ ਰੱਖਣ ਦੀ, ਜਿਹੜੀ ਠੀਕ ਰੱਖਣ ਦੀ, ਬਿਲਕੁਲ ਬਿਲਕੁਲ। ਤੇ ਉਹਦੇ 'ਚ ਸ਼ਬਦ ਫਿਰ ਚੰਗੇ ਵੀ ਹੋਣ ਤੇ ਉਹ ਮੈਟਰ ਨਹੀਂ ਕਰਦੇ ਹੁੰਦੇ ਵੀ ਜਿਵੇਂ ਜਥੇਦਾਰ ਨੇ ਕਹਿਤਾ ਵੀ ਸਾਨੂੰ ਖਾਲਿਸਤਾਨ ਮਿਲ ਜੇ ਅਸੀਂ ਲੈ ਲਾਂਗੇ, ਵੀ ਉਹ ਥਾਲੀ 'ਚ ਪਾ ਕੇ ਦੇਣ ਆਉਣਗੇ ਤੁਹਾਨੂੰ। ਤੁਹਾਡੇ ਤੋਂ ਤਾਂ 100 ਸਾਲ ਸ਼੍ਰੋਮਣੀ ਕਮੇਟੀ ਦਾ 100 ਸਾਲਾ ਮਨਾਇਆ, 100 ਪਿੰਡ ਨਹੀਂ ਇੱਕ ਬਣਾ ਸਕੇ ਬਾਬੇ ਨਾਨਕ ਦੀ ਸੋਚ ਦਾ ਸਾਰੇ ਪੰਜਾਬ 'ਚ। ਬਿਲਕੁਲ ਬਿਲਕੁਲ। ਮੈਂ ਕੱਲ ਵੀ ਗੱਲ ਕਰ ਰਿਹਾ ਸੀਗਾ ਕਿ ਸ਼੍ਰੋਮਣੀ ਕਮੇਟੀ ਗੱਲ ਕਰਦੀ ਹੈ ਕਿ ਸਾਨੂੰ ਖਾਲਿਸਤਾਨ ਮਿਲ ਜੇ, ਪ੍ਰਧਾਨ ਸਾਹਿਬ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਹਿੰਦੇ ਆ, ਪਰ ਇਹਨਾਂ ਨੇ 45 ਕਮੇਟੀਆਂ ਬਣਾਈਆਂ ਹੋਈਆਂ ਨੇ ਤੇ 45 ਕਮੇਟੀਆਂ ਸਿਰਫ ਪੜਤਾਲ ਉਦੋਂ ਕਰਦੀਆਂ ਜਦੋਂ ਕੋਈ ਜਾ ਕੇ ਸ਼ਿਕਾਇਤ ਲਾਉਂਦਾ ਹੈ ਕਿ ਇਸ ਗੁਰਦੁਆਰੇ 'ਚ ਮਨਮਤ ਹੋ ਰਹੀ ਹੈ ਜਾਂ ਇੱਥੇ ਆ ਨੁਕਸਾਨ ਹੋ ਗਿਆ। ਇਹ 45 ਕਮੇਟੀਆਂ ਵੈਸੇ ਵੀ ਲਾਗੂ ਕਰ ਦਿੱਤੀਆਂ ਜਾਣ ਕਿ ਹਰ ਪਿੰਡ ਦੇ ਵਿੱਚ ਜਾਣ ਤੇ ਉੱਥੋਂ ਦੀ ਸਿਚੁਏਸ਼ਨ ਜਿਹੜੀ ਹੈ ਉਹ ਰਿਕਾਰਡ ਕਰਕੇ ਲੈ ਕੇ ਆਣ ਕਿ ਕਿਹੜੇ ਗੁਰਦੁਆਰੇ 'ਚ ਮਨਮਤ ਹੋ ਰਹੀ ਹੈ ਤੇ ਕਿੱਥੇ ਕੀ ਹੋ ਰਿਹਾ। ਇਹਦਾ ਕਰਨ ਦੀ ਜ਼ਰੂਰਤ ਸੀ, ਜੋ ਕਰਨਗੇ ਉਹ ਨਹੀਂ ਕਰਨਗੇ ਏਦਾਂ। ਸੋ ਇਹ ਏਦਾਂ ਹੀ ਹੌਲੀ ਹੌਲੀ ਮਰਿਆਦਾਵਾਂ ਦੇ ਵਿੱਚ ਜਿਹੜੀ ਆ ਉਹ ਮੁਸ਼ਕਲ ਵੱਧ ਜਾਂਦੀ ਹੈ ਤੇ ਸਾਡਾ ਰੌਣਕ ਮੇਲਾ ਰਹਿ ਜਾਂਦਾ। ਕੀ ਕੋਈ ਏਦਾਂ ਦੀ ਮਰਿਆਦਾ ਜਿਹੜੀ ਹੈ ਕੋਈ ਬਣੀ ਹੋਈ ਹੈ ਕਿ ਕੀਤਾ ਜਾਵੇ ਜਾਂ ਮਤਲਬ ਇਹਨੂੰ ਫੋਲੋ ਕੀਤਾ ਜਾਵੇ ਤਾਂ ਵਾਕਈ ਮਰਿਆਦਾ ਦੇ ਅਨੁਸਾਰ ਆਨੰਦ ਕਾਰਜ ਹੋਏਗਾ? ਹਾਂ, ਅਕਾਲ ਤਖਤ ਦੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਜਿਹੜੀ ਹੈ ਨਾ ਮਲਕੀਤ ਸਿੰਘ ਜੀ, ਜੇ ਉਹਨੂੰ ਧਿਆਨ ਨਾਲ ਆਪਾਂ ਵੇਖੀਏ ਤੇ ਉਹਦੇ ਵਿੱਚ ਬੜੀਆਂ ਪਿਆਰੀਆਂ ਗੱਲਾਂ, ਆਨੰਦ ਕਾਰਜ ਸੰਸਕਾਰ ਦੇ ਨਾਮ ਹੇਠ, ਠੀਕ ਹੈ, ਤੇ ਬਹੁਤ ਸੌਖੀਆਂ ਆ। ਠੀਕ ਹੈ, ਜਿਵੇਂ ਮੈਨੂੰ ਲੱਗਦਾ ਵੀ ਜੇ ਸਿੱਖ ਲਿਖਿਆ ਹੋਇਆ ਸਭ ਤੋਂ ਪਹਿਲੀ ਲਿਖੀ ਹੋਈ ਹੈ ਵੀ ਆਨੰਦ ਕਾਰਜ ਕਰਨ ਲੱਗਿਆ ਬੱਚੇ ਤੇ ਬੱਚੀ ਦੀ ਜਾਤ ਤੇ ਗੋਤ ਨਾ ਵੇਖੀ ਜਾਏ। ਮੈਨੂੰ ਨਹੀਂ ਲੱਗਦਾ ਸਿੱਖਾਂ 'ਚ ਕਿਤੇ ਇਹ ਗੱਲ ਖਤਮ ਹੋ ਜੂਗੀ। ਉਹ ਉੱਥੇ ਦੀ ਉੱਥੇ ਖੜੀ ਹੈ। ਹੁਣ ਜੇ ਖਤਮ ਹੋ ਜਾਏ ਤਾਂ ਘੱਟੋ ਘੱਟ ਇੱਕ ਕੋੜ ਤੇ ਬਾਹਮਣ ਵਾਲਾ ਸਾਡੇ ਗਲੋਂ ਲੈ ਜਾਏ ਨਾ, ਵੀ ਸਿੱਖ ਵੀ ਉਦਾਂ ਹੀ ਜਾਤ ਪਾਤ ਮੰਨਦਾ ਜਿਵੇਂ ਬ੍ਰਾਹਮਣ ਮੰਨਦਾ। ਵੈਸੇ ਨਾ ਇੱਕ ਮੈਂ ਇੱਥੇ ਗੱਲ, ਤੁਸੀਂ ਕੰਟੀਨਿਊ ਕਰਿਓ, ਮੈਂ ਇੱਥੇ ਗੱਲ ਹੋਰ ਕਰ ਦੇਵਾਂ ਕਿ ਜਾਤ ਪਾਤ ਦੀ ਗੱਲ ਉਦੋਂ ਹੀ ਕਰਦੇ ਆ ਨੌਜਵਾਨ ਜਾਂ ਲੜਕੀਆਂ ਜਾਂ ਪਰਿਵਾਰ, ਉਦੋਂ ਹੀ ਕਰਦੇ ਆ ਕਿ ਜਦੋਂ ਵਿਆਹ ਦੀ ਗੱਲ ਹੁੰਦੀ ਹੈ।
ਅਦਰਵਾਈਜ਼ ਜਦੋਂ ਕਿਸੇ ਨਾਲ ਗਲਤ ਰਿਸ਼ਤਾ ਰੱਖਣਾ ਹੁੰਦਾ ਆ, ਜਾਂ ਜਦੋਂ ਵੈਸੇ ਹੀ ਕਿਸੇ ਨੂੰ ਅੱਖਾਂ ਦੀ ਹਵਸ ਦੇ ਲਈ ਵੇਖਣਾ ਹੁੰਦਾ, ਤੇ ਉਦੋਂ ਨਹੀਂ ਵੇਖਦੇ ਕਿ ਇਹ ਕਿਹੜੀ ਜਾਤ ਦਾ ਆ ਤੇ ਕਿਹੜੀ ਜਾਤ ਦਾ ਹੈ। ਹਾਂ ਨਹੀਂ ਉਸ ਵਕਤ ਨਹੀਂ ਇਸ ਜਾਤ ਪਾਤ ਦਾ ਧਿਆਨ ਰੱਖਿਆ ਜਾਂਦਾ। ਉਹੀ ਗੱਲ ਹੈ ਨਾ, ਸਮੱਸਿਆ ਖੜੀ ਕਿੱਥੇ ਹੈ। ਮੈਨੂੰ ਲੱਗਦਾ ਵੀ ਨਾਰਮਲ ਤੋਂ ਨਾਰਮਲ ਪਿੰਡ 'ਚ 14 ਗੁਰਦੁਆਰੇ ਆ। ਅਸੀਂ ਕੈਂਪ ਲਾਉਣ ਗਏ ਸੀ 2 ਸਾਲ 3 ਸਾਲ ਪਹਿਲਾਂ, ਤਾਂ ਤਰਨਤਾਰਨ ਜ਼ਿਲ੍ਹੇ 'ਚ ਪਿੰਡ ਹੈ ਕੈਰੋਂ, ਤੇ 43 ਗੁਰਦੁਆਰੇ ਨੇ। ਇੱਕ ਪਿੰਡ 'ਚ 43 ਗੁਰਦੁਆਰੇ। ਤੇ ਮੈਨੂੰ ਨਹੀਂ ਲੱਗਦਾ ਵੀ ਪਿੰਡ 'ਚ 5 ਪਿਆਰੇ ਪੈ ਜਾਏ ਪਿੰਡ 'ਚੋਂ ਲੱਭ ਜਾਣ, ਨਹੀਂ ਲੱਭਦੇ ਹੋਣੇ, ਬਿਲਕੁਲ ਹਨਾ। ਸੋ 43 ਹੁਣ ਤੁਸੀਂ ਸੋਚੋ ਵੀ 43 ਗੁਰਦੁਆਰਿਆਂ 'ਚ ਸਵੇਰੇ ਜਦੋਂ ਸਪੀਕਰ ਲੱਗਦੇ ਹੋਣਗੇ ਤੇ ਕੀ ਬਣਦਾ ਉਹ ਪਿੰਡ 'ਚ। ਫੜ ਲਓ ਹੁੰਦੀ ਹੋਣੀ। ਅਸੀਂ ਬਾਣੀ ਦੇ ਨਾਂ ਤੇ ਲੋਕਾਂ ਨੂੰ ਯਾਰ ਖਰ ਕੀ ਰਹੇ ਆ, ਮਤਲਬ ਅਸੀਂ ਸਾਡਾ ਬਿਲਕੁਲ ਵੀ ਧਿਆਨ ਇਹਨਾਂ ਸਾਰੀਆਂ ਚੀਜ਼ਾਂ ਵਾਲੇ ਬੰਨੇ ਨਹੀਂ ਹੈਗਾ ਵੀ ਅਸੀਂ ਕਿਵੇਂ ਆਪਣੀ ਕੌਮ ਨੂੰ ਅੱਗੇ ਲੈ ਕੇ ਜਾਣਾ, ਜਾਂ ਕਿਵੇਂ ਅਸੀਂ ਆਪਣੀ ਕੌਮ ਦੀ ਜਿਹੜੀ ਅਗਵਾਈ ਕਰਨੀ। ਤਾਂ ਉਹਦੇ 'ਚ ਜਿਹੜੀ ਰਹਿਤ ਮਰਿਆਦਾ ਦੀ ਗੱਲ ਆਪਾਂ ਕਰਦੇ ਸੀ ਵੀ ਅਕਾਲ ਤਖਤ ਦੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ 'ਚ ਬਕਾਇਦਾ ਜ਼ਿਕਰ ਕੀਤਾ ਵੀ ਜਾਤ ਪਾਤ ਦਾ ਧਿਆਨ ਨਾ ਰੱਖਿਆ ਜਾਏ, ਗਰੀਬੀ ਤੇ ਅਮੀਰੀ ਦਾ ਪਾੜਾ ਮੁਕਾਇਆ ਜਾਏ, ਇਹਦੇ ਤੇ ਚਰਚਾ ਨਾ ਹੋਵੇ, ਤੇ ਕਿਸ ਤਰ੍ਹਾਂ ਦੀ ਕੋਈ ਉਚੇਚੀ ਰਸਮ ਕਰਨ ਦੀ ਜ਼ਰੂਰਤ ਨਹੀਂ। ਇੱਥੋਂ ਤੱਕ ਉੱਥੇ ਲਿਖਿਆ ਵੀ ਆਨੰਦ ਕਾਰਜ ਤੋਂ ਪਹਿਲਾਂ ਹੋਰ ਕੋਈ ਵੀ ਰਸਮ ਜ਼ਰੂਰੀ ਨਹੀਂ। ਹੁਣ ਸਾਡੀਆਂ ਤੇ ਰਸਮਾਂ ਹੀ ਇੰਨੀਆਂ ਆ ਵੀ ਸ਼ਗਨ ਜਾਂ ਇਧਰੋਂ ਸਮਾਨ ਲੈ ਕੇ ਜਾਣਾ, ਉਧਰੋਂ ਲੈ ਕੇ ਮਤਲਬ ਸ਼ੁਹਾਰਾ ਲਾਉਣਾ, ਇਹ ਕੋਈ ਵੀ ਚੀਜ਼ ਨਹੀਂ। ਉਹਦੇ 'ਚ ਬਕਾਇਦਾ ਲਿਖਿਆ ਵੀ ਕੋਈ ਫਿਰ ਵੀ, ਜਿਵੇਂ ਕਈ ਬੰਦੇ ਨਾ ਕਹਿਣਗੇ ਵੀ ਗੱਲ ਪੱਕੀ ਹੋ ਜੂ। ਆਮ ਸਾਡੇ ਪੰਜਾਬੀਆਂ 'ਚ ਹੈ ਵੀ ਚੱਲ ਆਪਾਂ ਰੁਪਈਆ ਰੱਖ ਲਈਏ ਵੀ ਗੱਲ ਪੱਕੀ ਹੋ ਜੂ, ਕਿਉਂਕਿ ਜ਼ਬਾਨਾਂ ਨਹੀਂ ਨਾ ਪੱਕੀਆਂ ਰਹੀਆਂ। ਆਹੋ ਵੀ ਉਹ ਰੁਪਈਏ ਨਾਲ ਐ ਲੱਗਦਾ ਵੀ ਜਿਵੇਂ ਪੱਕੀ ਹੋਊਗੀ। ਉਹ ਨਹੀਂ ਭਾਈ, ਜੇ ਵੇਖੋ ਗੱਲ ਧਿਆਨ ਨਾਲ ਸਮਝੋ, ਜੇ ਤੇ ਪੱਕੀ ਹੋਣੀ ਹੈ ਤੇ ਸ਼ਬਦ ਕਈ ਵਾਰ ਕਹਿਣਾ ਹੁੰਦਾ ਵੀ ਸਾਡੇ ਬਜ਼ੁਰਗ ਨਾ ਜ਼ੁਬਾਨ ਦੇ ਬਦਲੇ ਜਾਨ ਦੇ ਦਿੰਦੇ ਸਨ। ਮਤਲਬ ਸਾਡਾ ਇਤਿਹਾਸ ਗੁਰੂ ਸਾਹਿਬ ਨੇ ਕਹਿਤਾ ਬਾਣੀ ਦੇ ਅੰਦਰ ਵੀ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ, ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸ਼ਬਦਾਂ ਤੇ ਖਰੇ ਉਤਰ ਲਈ ਸ਼ਹਾਦਤ ਵੀ ਦਿੱਤੀ। ਬਿਲਕੁਲ ਠੀਕ ਹੈ। ਮਤਲਬ ਜੇ ਤੁਹਾਡੀਆਂ ਜੜ੍ਹਾਂ 'ਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸਿੱਖਿਆ ਬੈਠੀ ਹੈ, ਤਾਂ ਇਹਦਾ ਮਤਲਬ ਹੈ ਵੀ ਤੁਸੀਂ ਸ਼ਬਦਾਂ ਦੇ ਬਦਲੇ, ਜ਼ੁਬਾਨ ਦੇ ਬਦਲੇ ਜਾਨ ਵੀ ਦਿਓਗੇ। ਤੁਹਾਡੇ ਸ਼ਬਦਾਂ 'ਚ ਤਾਕਤ ਨਹੀਂ, ਫਿਰ ਰੁਪਈਆ ਰੱਖ ਲਓ, 5000 ਰੱਖ ਲਓ, 50 ਰੱਖ ਲਓ, ਯਾਰ ਲਾਵਾਂ ਲੈ ਕੇ ਵੀ ਮੁੱਕਰ ਜਾਂਦੇ ਆ। 20 ਲੱਖ ਰੁਪਈਆ ਲਾ ਕੇ ਵੀ ਜਿਸ ਬੰਦੇ ਨੇ ਮੁੱਕਰਨਾ ਆ ਨਾ, ਉਹ ਕੋਈ ਇਹ ਚੀਜ਼ ਨਹੀਂ ਵੀ ਉਹ ਰੁਪਈਆ ਰੱਖ ਲਿਆ ਜਾਂ ਆਪਾਂ ਮੈਂ ਨਾ ਵੀ 10 ਸਾਲ ਆਨੰਦ ਕਾਰਜਾਂ ਨੂੰ ਹੋ ਜਾਂਦੇ, ਫਿਰ ਮੁੱਕਰ ਜਾਂਦੇ ਬੰਦੇ। ਉੱਥੇ ਕਿਹੜੀ ਗੱਲ ਪੱਕੀ ਹੋਣ ਵਾਲੀ ਰਹਿ ਗਈ ਸੀ। ਬਿਲਕੁਲ। ਇਵਨ ਕਿ ਕਈ ਵਾਰ ਬੱਚੇ ਹੁੰਦੇ ਆ, ਬੱਚੇ ਹੋਣ ਤੋਂ ਬਾਅਦ ਵਿੱਚ ਕਈ ਦਾ ਇਖਤਲਾਫ ਪੈਦਾ ਹੋ ਜਾਂਦੇ। ਉਹਦੇ 'ਚ ਜਿਹੜੀ ਰਹਿਤ ਮਰਿਆਦਾ ਵਾਲੀ ਗੱਲ ਨੂੰ ਜੇ ਆਪਾਂ ਧਿਆਨ ਨਾਲ, ਮੇਰੀ ਕੌਮ ਕਿਤੇ ਉਹਨੂੰ ਸਮਝੇ ਔਰ ਉਹਦੇ ਪਿੱਛੇ ਚੱਲਣ ਦੀ ਕੋਸ਼ਿਸ਼ ਕਰੇ। ਹਾਲਾਂਕਿ ਆਪਾਂ ਨਹੀਂ ਕਹਿੰਦੇ ਵੀ ਰਹਿਤ ਮਰਿਆਦਾ 100% ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਰਵੋਤਮ ਹੈ, ਹਨਾ। ਰਹਿਤ ਮਰਿਆਦਾ ਤੇ ਵੀ ਗੱਲਾਂ ਬਾਤਾਂ ਹੋ ਸਕਦੀਆਂ, ਉਹਦੇ ਤੇ ਚਰਚਾ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਪਰ ਫਿਲਹਾਲ ਸਾਡੇ ਕੋਲ ਇਸ ਵੇਲੇ ਜਿਹੜਾ ਰਹਿਤ ਕੋਡ ਆਫ ਕੰਡਕਟ ਹੁੰਦਾ ਹੈ, ਨਿਯਮ ਹੁੰਦੇ ਆ, ਉਹ ਬਹੁਤ ਕਮਾਲ ਦੇ ਆ। ਤੇ ਉਹਦੇ 'ਚ ਇਹ ਬਕਾਇਦਾ ਲਿਖਿਆ, ਦੂਜੀ ਗੱਲ 'ਚ ਲਿਖੀ ਕੁੜਮਾਈ ਤੇ ਕੁਝ ਮਿੱਠਾ ਤੇ ਕਕਾਰ, ਸ਼ਗਨ ਦੀ ਰਸਮ ਜੇ ਕਰਨੀ ਹੋਵੇ, ਜ਼ਰੂਰੀ ਨਹੀਂ, ਜੇ ਕਰਨੀ ਹੋਵੇ ਕੁਝ ਮਿੱਠਾ, ਲੜਕੀ ਕਕਾਰ ਤੇ ਬੱਚੀ ਦੀ ਝੋਲੀ 'ਚ ਪਾ ਦੇਣ। ਜਿਨ੍ਹਾਂ ਨੂੰ ਬਾਣੀ ਨਹੀਂ ਸਮਝ ਆਈ ਉਹ ਤਾਂ ਠੀਕ ਹੈ ਵੀ 100 ਤਰ੍ਹਾਂ ਦੇ ਕਰਮ ਕਾਂਡ ਕਰਨ, ਪਰ ਇਸ ਕਰਮ ਕਾਂਡਾਂ ਦੇ ਵਿੱਚ ਉਹ ਲੋਕ ਵੀ ਫਸੇ ਪਏ ਆ ਜਿਹੜੇ ਦਾਅਵਾ ਕਰਦੇ ਆ ਵੀ ਸਾਨੂੰ ਬਾਣੀ ਸਮਝ ਆਈ, ਅਸੀਂ ਬਾਣੀ ਦੇ ਬਹੁਤ ਲਾਗੇ। ਮੈਂ ਇੱਕ ਗੱਲ ਇੱਥੇ ਹੋਰ ਕਲੀਅਰ ਕਰਿਓ, ਤੁਸੀਂ ਗੱਲ ਕੀਤੀ ਹੈ ਕਿ ਜਦੋਂ ਸਿੱਖ ਦੇ ਘਰ ਆਨੰਦ ਕਾਰਜ ਹੋਵੇ, ਲੜਕੀ ਆ ਲੜਕੇ ਦਾ, ਤੇ ਜੇ ਤੇ ਮੰਨ ਲਓ ਲੜਕਾ ਅੰਮ੍ਰਿਤਧਾਰੀ ਹੈ ਜਾਂ ਲੜਕੀ ਅੰਮ੍ਰਿਤਧਾਰੀ ਹੈ, ਫਿਰ ਤੇ ਕਕਾਰ ਪਾਏ ਜਾ ਸਕਦੇ ਆ ਝੋਲੀ ਦੋਵਾਂ ਦੀ। ਜੇ ਮੰਨ ਲਓ ਕਿ ਪਤਿਤ ਨੇ ਦੋਵੇਂ, ਮਾਤਾ ਪਿਤਾ ਗੁਰਸਿੱਖ ਨੇ ਕਹਿ ਲਓ, ਲੜਕਾ ਜਿਹੜਾ ਹੈ ਉਹ ਪਤਿਤ ਹੈ, ਵਾਲ ਕੱਟੇ ਹੋਏ ਨੇ ਜਾਂ ਮਤਲਬ ਕਟਿੰਗ ਹੈ ਉਹਦੀ,
ਤੇ ਇੱਥੇ ਵੀ ਇਹ ਰਸਮ ਕੀਤੀ ਜਾ ਸਕਦੀ ਹੈ ਕਿ ਇੱਥੇ ਉਸ ਚੀਜ਼ ਦੀ ਮਨਾਹੀ ਹੈ? ਹਾਂ, ਪਹਿਲੀ ਗੱਲ ਤਾਂ ਮੈਨੂੰ ਐਂ ਲੱਗਦਾ ਵੀ ਇਹ ਗੱਲ ਹੀ ਮਲਕੀਤ ਸਿੰਘ ਸਿੱਖਾਂ ਦੇ ਵਿੱਚ ਆਉਣੀ ਨਹੀਂ ਸੀ ਚਾਹੀਦੀ। ਜਿਵੇਂ ਤੁਸੀਂ ਜੰਮੂ ਕਸ਼ਮੀਰ 'ਚ ਵੇਖੋਗੇ ਨਾ, ਮਤਲਬ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਅਸੀਂ ਵੀ ਆਪਾਂ ਜਾਂਦੇ ਆ ਕਿਤੇ ਤੇ ਤੁਹਾਨੂੰ ਉੱਥੇ ਕੇਸਾਂ ਤੇ ਜਾਂ ਇਹਦੇ ਤੇ ਬੋਲਣ ਦੀ ਲੋੜ ਨਹੀਂ ਪੈਂਦੀ। ਨਹੀਂ ਲੋੜ, ਲੱਗਦਾ ਹੀ ਨਹੀਂ। ਕਈ ਬੰਦੇ ਕਹਿ ਦਿੰਦੇ ਵਿਸ਼ਾ ਘਟ ਗਿਆ ਇੱਕ। ਸਾਡੇ ਕਈਆਂ ਬੰਦਿਆਂ ਨੂੰ ਲੱਗਦਾ ਵੀ ਇਹਦੇ ਤੇ 5 ਮਿੰਟ ਲਾਉਣੇ ਹੁੰਦੇ ਸੀ ਵੀ ਇਹ ਤਾਂ ਸੋ ਇਹ ਸਾਡੇ 'ਚ ਆਉਣਾ ਚਾਹੀਦਾ ਇਸ ਤਰ੍ਹਾਂ ਦਾ। ਪਰ ਮੈਨੂੰ ਇਹ ਲੱਗਦਾ ਵੀ ਜੇ ਸਿੱਖ ਹੈ, ਕਿਸੇ ਸਿੱਖ ਦੇ ਘਰ ਜੰਮਿਆ ਆ ਤੇ ਉਹਦੇ ਨਾਮ ਨਾਲ ਸਿੰਘ ਲੱਗਦਾ ਤੇ ਉਹਦੇ ਕਕਾਰ ਝੋਲੀ 'ਚ ਵੀ ਕਕਾਰ ਹੀ ਪਾਏ ਜਾਣੇ ਚਾਹੀਦੇ ਆ, ਤਾਂ ਕਿ ਉਹਨੂੰ ਪਤਾ ਲੱਗੇ ਵੀ ਯਾਰ ਤੂੰ ਐਸ ਵਿਰਾਸਤ 'ਚੋਂ ਨਿਕਲਿਆ ਆ, ਇਹ ਛੱਡ ਬੈਠਾ ਆ ਤੂੰ ਸਾਰਾ ਕੁਝ। ਹੋਵੇ ਉਹ ਘਰ ਜਾ ਕੇ ਵੇਖੇ ਵੀ ਯਾਰ ਕਿਰਪਾਨ ਕਿਉਂ ਪਾਈ ਮੈਨੂੰ, ਯਾਰ ਮੈਨੂੰ ਕੰਘਾ ਕਿਉਂ ਦੇਤਾ, ਕਕਾਰ ਕਿਉਂ ਮੇਰੀ ਝੋਲੀ 'ਚ ਪਾਤੇ। ਫਿਰ ਉਹਨੂੰ ਕੋਈ ਦੱਸੇ ਵੀ ਤੇਰੇ ਪੁਰਖੇ ਇਹਨਾਂ ਕਕਾਰਾਂ ਦੇ ਬਦਲੇ, ਇਹਨਾਂ ਸਾਰੀਆਂ ਚੀਜ਼ਾਂ ਦੇ ਬਦਲੇ ਆਪਣੀ ਕੌਮ ਨੂੰ ਖੜਾ ਕਰਕੇ ਗਏ। ਤਾਂ ਉਹ ਉੱਥੇ ਵੀ ਉਹ ਚੀਜ਼ਾਂ ਜਿਹੜੀਆਂ ਆ। ਨਾਲੇ ਦੂਜੀ ਇੱਕ ਹੋਰ ਬੇਨਤੀ ਆ ਮਲਕੀਤ ਸਿੰਘ ਜੀ, ਸਰੋਤੇ ਇਸ ਗੱਲ ਦਾ ਧਿਆਨ ਰੱਖਣ, ਸਾਡੀ ਕੌਮ ਵਿੱਚ ਨਾ ਬੜੀ ਪ੍ਰੋਬਲਮ ਹੈ। ਅਸੀਂ ਹਰ ਇੱਕ ਚੀਜ਼ ਦੂਜੇ ਦੀ ਬਹੁਤ ਛੇਤੀ ਐਕਸੈਪਟ ਕਰਦੇ, ਕਾਪੀ ਕਰ ਲੈਨੇ। ਅੰਮ੍ਰਿਤਧਾਰੀ ਬੰਦੇ ਵੀ ਜਿਹੜੇ ਆ ਨਾ, ਖੰਡੇ ਬਾਟੇ ਦੀ ਪੌਲ ਗਲ 'ਚ ਕਿਰਪਾਨ ਵੀ ਪਾਈ ਹੋਏਗੀ ਨਾ, ਉਹ ਵੀ ਇਹ ਗੱਲ ਮੰਨਣ ਲਈ ਰਾਜ਼ੀ ਨਹੀਂ। ਤੇ ਜਿੱਥੇ ਤੁਸੀਂ ਸੋਚ ਰਹੇ ਹੋ ਜਾਂ ਜਿੱਦਾਂ ਲਿਆਂਦਾ ਜਾਏ, ਇਹ ਤਾਂ ਹੋਰ ਉਹਦੇ ਨਾਲੋਂ ਵੀ 4 ਕਦਮ ਔਖੀ ਗੱਲ ਹੈ ਨਾ। ਹਾਂਜੀ, ਸੋ ਲਿਆਉਣਾ ਚਾਹੀਦਾ ਆ, ਉਹ ਸਾਨੂੰ ਆਪਣੀ ਗੱਲ ਛੱਡਣੀ ਨਹੀਂ ਚਾਹੀਦੀ। ਬਿਲਕੁਲ ਠੀਕ ਹੈ ਕਿ ਮਰਿਆਦਾ ਜਿਹੜੀ ਹੈ ਉਹਦੇ ਮੁਤਾਬਕ ਚੱਲਾਂਗੇ। ਇੱਕ ਤਾਂ ਵਾਧੂ ਦੀਆਂ ਜਿਹੜੀਆਂ ਰਸਮਾਂ ਨੇ ਉਹਦਾ ਬੋਝ ਹਲਕਾ ਹੋ ਜਾਏਗਾ। ਦੂਸਰੀ ਚੀਜ਼ ਹੈ ਕਿ ਤੁਸੀਂ ਉਹਨੂੰ ਇੱਦਾਂ ਬੈਲੈਂਸ ਬਣਾ ਕੇ ਚੱਲੋਗੇ ਕਿ ਨਾ ਲੜਕੇ ਵਾਲਿਆਂ ਦਾ ਜ਼ਿਆਦਾ ਖਰਚਾ ਹੋਏਗਾ ਤੇ ਨਾ ਹੀ ਲੜਕੀਆਂ ਵਾਲਿਆਂ ਦਾ ਖਰਚਾ ਹੋਏਗਾ। ਤੇ ਜਿਹੜੀ ਇੱਕ ਵਾਧੂ ਦੀ ਰਸਮ ਐਵੇਂ ਇਕੱਠੀ ਕੀਤੀ ਹੋਈ ਹੈ, ਉਹਦੇ ਵਿੱਚ ਵੀ ਕਈ ਇਖਤਲਾਫ ਪੈਦਾ ਹੋ ਜਾਂਦੇ ਨੇ, ਕਈ ਨਾਰਾਜ਼ਗੀਆਂ ਪੈਦਾ ਹੋ ਜਾਂਦੀਆਂ ਨੇ। ਤੇ ਇਹਨੂੰ ਚੰਗਾ ਹੈ ਜਦੋਂ ਇੱਦਾਂ ਦੀ ਰਸਮ ਨਿਭਾਈ ਜਾਏਗੀ, ਬੈਠ ਕੇ ਸੁਰਤ ਨਾਲ ਗੱਲ ਕੀਤੀ ਜਾਏਗੀ। ਜਿਵੇਂ ਤੁਸੀਂ ਕੱਲ ਵੀ ਪਰਸੋਂ ਜ਼ਿਕਰ ਕਰ ਰਿਹਾ ਸੀ ਕਿ ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ, ਤੇ ਉਹ ਸਤ ਤੇ ਸੰਤੋਖ ਦੀ ਗੱਲ ਜਦੋਂ ਬੈਠ ਕੇ ਕੀਤੀ ਜਾਏਗੀ। ਤੇ ਮੋਸਟਲੀ ਹੁੰਦਾ ਕੀ ਹੈ ਕਿ ਜਦੋਂ ਸ਼ਗਨ ਦੀ ਰਸਮ ਕੀਤੀ ਜਾਂਦੀ ਹੈ ਤੇ ਉਦੋਂ ਸਮਾਨ ਗਣਾਇਆ ਜਾਂਦਾ ਆ ਕਿ ਇਹਨਾਂ ਨੇ ਗੱਡੀ ਦੇ ਦਿੱਤੀ ਹੈ, ਇਹਨਾਂ ਨੇ ਸੀਡੀ ਦੇ ਦਿੱਤੀ ਹੈ, ਮਨਮੁਖ ਦਾਜ ਜੇ ਰੱਖ ਵਖਾਇਆ, ਇਹ ਚੀਜ਼ਾਂ ਦਿਖਾਈਆਂ ਜਾਂਦੀਆਂ। ਕਿੰਨਾ ਚੰਗਾ ਹੋਵੇ ਕਿ ਉੱਥੇ ਉਸ ਬੱਚੀ ਅਤੇ ਬੱਚੇ ਦੇ ਸ਼ੁਭ ਗੁਣਾਂ ਦੀ ਗੱਲ ਕੀਤੀ ਜਾਵੇ ਜਾਂ ਇਸ ਪੱਖ ਦੀ ਗੱਲ ਕੀਤੀ ਜਾਵੇ। ਬਿਲਕੁਲ ਭਾਈ ਸਾਹਿਬ, ਹੁਣ ਦੂਸਰੀ ਗੱਲ ਮੈਂ ਇਹ ਪੁੱਛਣੀ ਚਾਹਾਂਗਾ ਕਿ ਜਦੋਂ ਕੁੜਮਾਈ ਦੀ ਰਸਮ ਬਾਰੇ ਗੱਲ ਹੋਵੇ ਕਿ ਬਿਨਾਂ ਕਿਸੇ ਲਾਲਚ, ਬਿਨਾਂ ਕਿਸੇ ਜਾਤ ਪਾਤ ਤੇ ਬਿਨਾਂ ਕਿਸੇ ਭੇਦਭਾਵ ਤੋਂ ਇਸ ਰਸਮ ਨੂੰ ਨਿਭਾਉਣਾ ਆ, ਫਿਰ ਲਾਵਾਂ ਦਾ ਕੀ ਸੰਕਲਪ ਹੈ? ਜਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪਾਠ ਪੜ੍ਹਿਆ ਜਾਂਦਾ ਆ ਤੇ ਉਸ ਲਾਵਾਂ ਦਾ ਕੀ ਮੀਨਿੰਗ ਹੈ ਜਾਂ ਕੀ ਸੰਦਰਭ ਹੈ ਜਾਂ ਕਿਸ ਤਰੀਕੇ ਨਾਲ ਉਹ ਲਾਵਾਂ ਹੋਣੀਆਂ ਚਾਹੀਦੀਆਂ ਨੇ? ਓਕੇ, ਉਹਦੇ 'ਚ ਇੱਦਾਂ ਆ, ਸਾਡੀ ਰਹਿਤ ਮਰਿਆਦਾ ਦੇ ਵਿੱਚ ਇਸ ਮਰਿਆਦਾ ਨੂੰ ਨਿਭਾਉਣ ਦੀ ਜਿਹੜੀ ਗੱਲ ਉਹ ਕੀਤੀ ਗਈ ਹੈ। ਹਾਂਜੀ, ਤੇ ਉਹ ਲਾਵਾਂ 4 ਲਾਵਾਂ ਪਿੱਛੇ ਵੀ ਗੱਲ ਕੀਤੀ ਸੀ ਵੀ ਬਾਣੀ ਦਾ ਹਰ ਇੱਕ ਸ਼ਬਦ ਸਾਨੂੰ ਪ੍ਰਮਾਤਮਾ ਨਾਲ ਜੋੜਦਾ ਹੈ। ਉਹਦੇ ਵਿੱਚੋਂ ਕੁਝ ਸ਼ਬਦਾਂ ਨੂੰ ਅਸੀਂ ਬੇਸ ਬਣਾ ਕੇ, ਕਿਉਂਕਿ ਸਾਡਾ ਬੇਸ ਬਾਣੀ ਹੈ, ਅਸੀਂ ਆਪਣੀਆਂ ਮਰਿਆਦਾਵਾਂ ਨਿਭਾਉਣ ਦਾ ਯਤਨ ਕੀਤਾ। ਸਾਡੇ ਪੁਰਖਿਆਂ ਨੇ ਵੀ ਰਹਿਤ ਮਰਿਆਦਾ ਜਿਹੜਾ ਕੋਡ ਆਫ ਕੰਟੈਕਟ ਤਿਆਰ ਕੀਤਾ, ਉਹਨਾਂ ਨੇ ਵੀ ਬਾਣੀ ਉਹਦੇ ਵਿੱਚ ਅਹਿਮ ਰਵੇ। ਤੇ ਉਹ 4 ਲਾਵਾਂ ਪੜ੍ਹੀਆਂ ਦਾ ਪਾਠ ਬੱਚਾ ਤੇ ਬੱਚੀ ਉੱਥੇ ਰਹਿਤ ਮਰਿਆਦਾ 'ਚ ਬਕਾਇਦਾ ਲਿਖਿਆ ਵੀ ਖੜੇ ਹੋ ਕੇ ਸ਼ਰਵਣ ਕਰਨ ਉਹਦਾ। ਜਿਵੇਂ ਇੱਕ ਸਟੂਡੈਂਟ ਜਦੋਂ ਟੀਚਰ ਪੜ੍ਹਾ ਰਿਹਾ ਹੁੰਦਾ ਤੇ ਜੇ ਤੇ ਉਹ ਸਾਰੀ ਕਲਾਸ ਨੂੰ ਪੜ੍ਹਾ ਰਿਹਾ ਤੇ ਨਾਰਮਲ ਗੱਲ ਚੱਲ ਰਹੀ ਹੁੰਦੀ ਹੈ, ਪਰ ਜਦੋਂ ਉਹਨੇ ਕੋਈ ਸਬਕ ਲੈਣ ਜਾ ਰਿਹਾ ਉਦੋਂ ਖੜੇ ਹੋਣਾ। ਹਾਂ, ਜਦੋਂ ਤੁਸੀਂ ਕੋਈ ਸਬਕ ਲੈਣਾ ਆ ਤੁਸੀਂ ਤਾਂ ਤੁਹਾਨੂੰ ਖੜੇ ਹੋਣਾ ਪੈਂਦਾ। ਤੇ ਉਹ ਬੱਚਾ ਤੇ ਬੱਚੀ ਖੜੇ ਹੋ ਕੇ ਲਾਵਾਂ ਦਾ ਪਾਠ ਸੁਣਨ। ਜਦੋਂ ਲਾਂ ਕੰਪਲੀਟ ਹੋਵੇ ਨਮਸਕਾਰ ਕਰਕੇ ਪ੍ਰਕਰਮਾ ਕਰਨ। ਤੇ ਪ੍ਰਕਰਮਾ ਕਰਨ ਦਾ ਵੀ ਵੇਖੋ, ਮੈਨੂੰ ਐਂ ਲੱਗਦਾ ਵੀ ਗੁਰੂ ਸਾਹਿਬ ਜੀ ਨੂੰ ਐਂ ਰੱਖਣ ਵੀ ਸਾਡੇ ਹਰ ਕਦਮ ਵਿੱਚ ਤੁਸੀਂ ਹੋ। ਬਿਲਕੁਲ ਜੀ, ਸਾਡੇ ਹਰ ਕਦਮ, ਯਾਨੀ ਕਿ ਗੁਰੂ ਸਾਹਿਬ ਜੀ ਨੂੰ ਰਾਈਟ ਹੈਂਡ ਰੱਖ, ਸੱਜੇ ਹੱਥ, ਹਨਾ, ਸੱਜੇ ਹੱਥ ਰੱਖ ਕੇ ਹਰ ਇੱਕ ਚੀਜ਼ ਖੱਬੇ ਨੂੰ ਮੁੜਦੀ ਹੈ। ਤੁਸੀਂ ਵੇਖੋ, ਹਨਾ, ਵੀ ਪਰ ਗੁਰੂ ਸਾਹਿਬ ਰਾਈਟ ਹੈਂਡ ਕਹਿੰਦੇ ਬਹੁਤ ਨਜ਼ਦੀਕੀ ਰਿਸ਼ਤਾ ਹੋਵੇ ਨਾ, ਜਿੰਨਾ ਬਹੁਤ ਪਿਆਰ ਹੋਵੇ ਤੇ ਆਪਾਂ ਕਹਿੰਦੇ ਇਹਦੀ ਸੱਜੀ ਬਾਂਹ ਹੈ। ਹਾਂ, ਸੱਜੀ ਬਾਂਹ ਹੈ, ਜਾਂ ਮੇਰਾ ਰਾਈਟ ਹੈਂਡ, ਬਿਲਕੁਲ ਸੱਜੀ ਬਾਂਹ ਹੈ ਮੇਰਾ। ਤੇ ਗੁਰੂ ਸਾਹਿਬ ਜੀ ਨੂੰ ਇਹਦਾ ਸੱਜੀ ਬਾਂਹ ਮੰਨ ਕੇ
ਹੀ ਰਾਈਟ ਸਭ ਹੈਂਡ, ਤੋਂ ਸਖਾ, ਸਭ ਤੋਂ ਕਲੋਜ਼ ਮੰਨ, ਨੇੜੇ ਦਾ ਮੰਨ ਕੇ। ਤੇ ਅਸੀਂ ਇਹ ਕਹੀਏ ਵੀ ਗੁਰੂ ਸਾਹਿਬ ਜੀ ਅੱਜ 4 ਲਾਵਾਂ ਲੈ ਕੇ ਨਾਲ ਪ੍ਰਕਰਮ ਕਦਮ ਵਿੱਚ ਤੁਹਾਨੂੰ ਸ਼ਾਮਲ ਰੱਖਣਾ। ਨਾਲੇ ਉਹ ਭਾਵਨਾ ਵੀ ਜਿਹੜੀ ਤੁਸੀਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਉਹਦੀ ਭਾਵਨਾ ਜਿਹੜੀ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ। ਬਿਲਕੁਲ ਮੇਰੇ ਲਾਮ ਲੈਂਦਿਆਂ ਮੇਰੀ ਫੀਲਿੰਗ ਇਹ ਹੋਣੀ ਚਾਹੀਦੀ ਕਿ ਹੁਣ ਮੇਰੇ ਕੰਮ ਪ੍ਰਵਿਰਤ ਹੋਣੇ ਨੇ, ਇਸ ਪਾਸੇ ਨੂੰ ਰੁਝਣਾ ਆ, ਇਸ ਆਹਰ ਵਿੱਚ ਲੱਗਣਾ ਆ। ਤੇ ਹਰ ਵੇਲੇ ਗੁਰੂ ਦੀ ਜਿਹੜੀ ਆ ਉਹ ਭੈ ਭਾਵਨੀ ਸਾਡੇ ਵਿੱਚ ਬਣੀ ਰਵੇ। ਭਾਵ ਕਿ ਅੱਜ ਤੋਂ ਬਾਅਦ ਚ ਜਿਹੜਾ ਵੀ ਜ਼ਿੰਦਗੀ ਦਾ ਫੈਸਲਾ ਹੋਏਗਾ ਗੁਰੂ ਸਾਹਿਬ, ਤੇ ਅਸੀਂ ਤੁਹਾਡੀ ਅਗਵਾਈ ਹੇਠ ਹੀ ਇਹ ਫੈਸਲਾ ਲਵਾਂਗੇ। ਜੀ। ਸਾਡੇ ਦੁੱਖ ਤੇ ਸੁੱਖ ਦੇ ਵਿੱਚ ਗੁਰੂ ਸਾਹਿਬ ਤੁਸੀਂ ਸਹਾਈ ਹੋਵੋਗੇ, ਤੇ ਅਸੀਂ ਤੁਹਾਨੂੰ ਅੱਜ ਤੋਂ ਤੇ ਤੁਹਾਡੇ ਤੇ ਪ੍ਰਕਰਮਾ ਕਰ ਰਹੇ। ਪ੍ਰਕਰਮਾ ਦਾ ਵੀ ਕੋਈ ਸੰਕਲਪ ਹੈਗਾ ਹੈ ਜੀ? ਪ੍ਰਕਰਮਾ ਕਰਨ ਦਾ ਮਤਲਬ ਕੀ ਹੈ? ਪ੍ਰਕਰਮਾ ਦਾ ਵੀ ਅਰਥ ਅਸਲ ਚ ਹੁੰਦਾ ਬਲਿਹਾਰ ਜਾਣਾ, ਵਾਰੇ ਜਾਣਾ, ਕੁਰਬਾਨ ਹੋਣਾ। ਠੀਕ ਹੈ। ਵੀ ਜਿਹਨੂੰ ਤੁਸੀਂ ਸਭ ਤੋਂ ਨੇੜੇ ਦਾ ਮੰਨ ਰਹੇ ਹੋ, ਠੀਕ ਹੈ। ਤੇ ਜਦੋਂ ਪ੍ਰਕਰਮਾ ਕਰ ਰਹੇ ਹਾਂ ਤਾਂ ਉਹ ਵੀ ਅਸੀਂ ਸਤਿਗੁਰੂ ਜੀ ਤੁਹਾਡੇ ਤੋਂ ਬਲਿਹਾਰ ਜਾਂਦੇ। ਠੀਕ ਹੈ ਕਿ ਅੱਜ ਤੋਂ ਅਸੀਂ ਕੁਰਬਾਨ ਜਾ ਰਹੇ ਹਾਂ, ਅਸੀਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਤੇ ਸਾਡੇ ਦੁੱਖ ਤੇ ਸੁੱਖ ਦੇ ਹਰ ਸੰਦਰਭ ਦੇ ਵਿੱਚ, ਤੇ ਅੱਜ ਤੋਂ ਬਾਅਦ ਚ ਸਾਡੀ ਜ਼ਿੰਦਗੀ ਫੈਸਲਾ ਹੋਏਗਾ ਤੁਹਾਡੇ ਤੋਂ ਹੁਕਮ ਲੈ ਕੇ ਜਾਂ ਤੁਹਾਡੇ ਵਿਚਾਰ ਅਨੁਸਾਰ ਹੋਏਗਾ। ਬਿਲਕੁਲ ਜਿੱਦਾਂ ਭਾਈ ਸਾਹਿਬ ਤੁਸੀਂ ਦੱਸਿਆ ਕਿ ਲਾਵਾਂ ਖੜੇ ਹੋ ਕੇ ਸੁਣਨੀਆਂ। ਮੈਂ ਇੱਕ ਇਨਸੀਡੈਂਟ ਸਾਂਝਾ ਕਰਾਂ। ਪਿੱਛੇ ਜੇ ਲੋਪੋ ਕੇ ਮੈਂ ਆਨੰਦ ਕਾਰਜ ਲਈ ਗਿਆ, ਤੇ ਉੱਥੇ ਖੜੇ ਹੋ ਕੇ ਬੱਚੇ ਦਾ ਡਾਕਟਰ ਸਾਹਿਬ ਸਿੰਘ ਨੇ, ਬੜੇ ਪਿਆਰੇ ਨੇ, ਉਹਨਾਂ ਦੇ ਬੇਟੀ ਦਾ ਆਨੰਦ ਕਾਰਜ ਸੀ, ਤੇ ਮੈਂ ਉੱਥੇ ਅਨਾਉਂਸ ਕਰ ਦਿੱਤਾ ਕਿ ਬੱਚੀ ਤੇ ਬੱਚਾ ਖੜੇ ਹੋ ਕੇ ਲਾਵਾਂ ਸੁਣਨਗੇ। ਹੁਣ ਉਸ ਇਲਾਕੇ 'ਚ ਸਭ ਤੋਂ ਨਵੀਂ ਗੱਲ ਸੀ ਸਾਰਿਆਂ ਦੇ ਵਿੱਚ, ਉਹ 'ਚ 2-4 ਵੀਰ ਸੀ, ਬੜੇ ਚੰਗੇ ਲੱਗੇ ਮੈਨੂੰ। ਉਹ ਆਏ ਮੇਰੇ ਕੋਲ ਲਾਵਾਂ ਤੋਂ ਸਮਾਪਤੀ ਤੇ, ਕਹਿੰਦੇ ਭਾਈ ਸਾਹਿਬ ਇਹ ਤੁਸੀਂ ਬੜਾ ਗਲਤ ਕਰ ਦਿੱਤਾ ਆ, ਕਿ ਏਦਾਂ ਥੋੜਾ ਹੁੰਦਾ ਆ। ਮੈਂ ਕਿਹਾ ਕਿ ਕੀ ਹੋਇਆ ਜੀ? ਉਹਨਾਂ ਦੱਸਿਆ ਕਿ ਖੜੇ ਹੋ ਕੇ ਨਹੀਂ, ਬੈਠ ਕੇ ਸਾਰੇ ਏਦਾਂ ਕਰਦੇ। ਮੈਂ ਕਿਹਾ ਕਿ ਰਹਿਤ ਮਰਿਆਦਾ ਆ, ਉੱਚੇ ਗੱਲ ਲਿਖੀ ਹੋਈ ਜਿੱਦਾਂ ਤੁਸੀਂ ਗੱਲ ਦੱਸੀ, ਅਕਾਲ ਤਖਤ ਸਾਹਿਬ ਦੀ ਰਹਿਤ। ਤੇ ਉਹ ਕਹਿੰਦੇ ਕਿ ਉਹ ਕਿੱਥੋਂ ਮਿਲਦੀ ਆ? ਤੇ ਮੈਂ ਦੱਸਿਆ ਕਿ ਉੱਥੋਂ ਮਿਲ ਜਾਂਦੀ ਹੈ। ਤੇ ਉਹਨਾਂ ਦੇ ਕੋਈ ਨਜ਼ਦੀਕੀ ਰਿਸ਼ਤੇਦਾਰ ਮੈਨੇਜਰ ਲੱਗੇ ਹੋਏ ਸੀ ਦਰਬਾਰ ਸਾਹਿਬ। ਉਹਨਾਂ ਨੇ ਫਟਾਫਟ ਉਹਨੂੰ ਫੋਨ ਕੀਤਾ, ਤੇ ਉਹਨੂੰ ਪਹਿਲਾਂ ਕਹਿੰਦੇ ਕਿ ਆ ਇੱਥੇ ਸਾਰਾ ਗਲਤ ਕਰ ਦਿੱਤਾ ਜੀ, ਖੜੇ ਹੋ ਕੇ ਲਾਵਾਂ ਕਰਵਾਤੀਆਂ, ਏਦਾਂ ਹੁੰਦਾ, ਤੇ ਤੁਸੀਂ ਗੱਲ ਕਰੋ। ਤੇ ਉਹ ਮੈਨੇਜਰ ਨਾਲ ਗੱਲ ਕਰਾਈ ਮੇਰੀ ਕਿ ਮਤਲਬ ਤੁਸੀਂ ਏਦਾਂ ਕਿਉਂ ਕੀਤਾ ਜੀ? ਮੈਂ ਕਿਹਾ ਕਿ ਤੁਸੀਂ ਕਿੱਥੇ ਹੋ? ਮਤਲਬ ਮੈਨੇਜਰ ਕਹਿੰਦੇ ਦਰਬਾਰ ਸਾਹਿਬ। ਮੈਂ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਇਸ ਵਕਤ ਹੈਗੇ ਹੋ? ਕਹਿੰਦੇ ਹਾਂਜੀ। ਮੈਂ ਕਿਹਾ ਇੱਕ ਰਹਿਤ ਮਰਿਆਦਾ ਬੜੀ ਤੁਸੀਂ, ਕਹਿੰਦੇ ਉਹ ਕਿੱਥੋਂ ਮਿਲਦੀ ਹੈ? ਦਰਬਾਰ ਸਾਹਿਬ ਚ ਮੈਨੇਜਰ ਲੱਗੇ ਨੇ, ਕਹਿੰਦੇ ਉਹ ਕਿੱਥੋਂ ਮਿਲਦੀ ਹੈ? ਮੈਂ ਕਿਹਾ ਕਿਤੇ ਲਾਗੇ ਤੇਜਾ ਸਿੰਘ ਸਮੁੰਦਰੀ ਹਾਲ ਹੈ, ਥੱਲੇ ਜਾਓ ਤੇ ਉਹਦੇ ਥੱਲੜੇ ਬੰਦੇ ਧਾਰਮਿਕ ਲਿਟਰੇਚਰ ਫ੍ਰੀ ਹੈ, ਤੇ ਇੱਕ ਲੈ ਕੇ ਆਓ। ਜਾਂ ਮੈਂ ਤੁਸੀਂ ਮੈਨੇਜਰ ਹੋ, ਆਪਣਾ ਬੰਦਾ ਭੇਜੋ, ਤੇ ਉਹਦੇ ਵਿੱਚ ਆਨੰਦ ਕਾਰਜ ਸੰਸਕਾਰ ਦੀ ਤੁਸੀਂ, ਤੇ ਉਹ ਪੜ੍ਹਨ ਤੋਂ ਬਾਅਦ ਮੈਂ ਵੇਟ ਕਰ ਰਿਹਾ, ਮੈਨੂੰ ਦੁਬਾਰਾ ਕਾਲ ਕਰੋ ਤੁਸੀਂ। ਤੇ ਮੈਨੂੰ ਲੱਗਦਾ 1-2 ਸਾਲ ਹੋ ਗਏ ਜਦੋਂ ਤੱਕ ਕਾਲ ਨਹੀਂ ਆਈ ਉਹਨਾਂ ਦੀ। ਮਤਲਬ ਸਿੰਘ ਇਹ ਤਾਂ ਇੰਨਾ ਤੁਸੀਂ ਵੈਰੋ ਨੰਗਲ ਪਿੰਡ, ਸੇਮ ਤੁਸੀਂ ਵੈਰੋ ਨੰਗਲ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ, ਤੁਸੀਂ ਗਏ ਹੋ ਕਈ ਵਾਰ, ਕੈਂਪ ਲਾਉਂਦੇ ਰਹੇ ਉੱਥੇ। ਹਾਂਜੀ, ਉੱਥੇ ਅਸੀਂ ਕੈਂਪ ਲਾਇਆ ਅੱਜ ਤੋਂ 4-5 ਸਾਲ ਪਹਿਲਾਂ। ਹੁਣ ਗੱਲ ਤਾਂ ਉਹੀ ਆ ਨਾ, ਵੀ ਕਹਿੰਦੇ ਆ ਵੀ ਸਾਨੂੰ ਮਿਲ ਜਾਏ ਤੇ ਅਸੀਂ ਸਾਰਾ ਕੁਝ ਲੈ ਲਾਂਗੇ, ਵੀ ਕਰੋਗੇ ਕੁਝ ਤਾਂ ਮਿਲੂ ਨਾ। ਬਿਲਕੁਲ। ਉਹ ਉੱਥੇ ਅਸੀਂ ਕੈਂਪ ਲਾਇਆ, ਤੇ ਪਿੰਡ ਵਿੱਚ ਮਾਸਟਰ ਜੀ ਨੇ, ਮਾਸਟਰ ਨਰਿੰਦਰ ਸਿੰਘ ਜੀ ਬਾਟ, ਤੇ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਆ ਉਹ, ਤੇ ਬੜੀਆਂ ਚੰਗੀਆਂ ਗੱਲਾਂ ਉਹ ਲਿਖਦੇ ਰਹਿੰਦੇ ਆ। ਤੇ ਉਹਨਾਂ ਨੇ ਨਾ ਕਹਿੰਦੇ ਵੀ ਤੁਸੀਂ ਰਹਿਣਾ ਤੇ ਇੱਥੇ ਆਈ ਆ, ਵੀ ਆਪਾਂ ਕਿਉਂ ਨਾ ਗੁਰਮਤਿ ਦੀ ਵਿਚਾਰ ਕਰ ਲਈਏ। ਤੇ ਉਹ ਕਹਿੰਦੇ ਜੀ ਇੱਥੇ ਪਾਠ ਚੱਲਦਾ ਆ, ਤੇ ਤੁਸੀਂ ਨਾਲ ਕਥਾ ਕਰ ਲਓ। ਠੀਕ ਹੈ। ਤੇ ਅਸੀਂ ਕਿਹਾ ਵੀ ਨਹੀਂ, ਪਾਠ ਦੇ ਨਾਲ ਨਹੀਂ ਕਥਾ ਹੋ ਸਕਦੀ, ਵੀ ਰਹਿਤ ਮਰਿਆਦਾ 'ਚ ਲਿਖਿਆ ਵੀ ਜਾਂ ਪਾਠ ਹੋ ਸਕਦਾ, ਜਾਂ ਕੀਰਤਨ ਹੋ ਸਕਦਾ, ਜਾਂ ਕਥਾ ਇੱਕ ਟਾਈਮ ਇੱਕੋ ਹੀ ਗੱਲ ਹੋ ਸਕਦੀ, ਇੱਕੋ ਹੋ ਸਕਦੀ। ਉਹ ਕਹਿੰਦੇ ਨਹੀਂ, ਸਾਡੇ ਕਥਾਵਾਚਕ ਵੀ ਤੇ ਕਰਦੇ ਹੀ ਆ ਇੱਥੇ। ਅੱਛਾ, ਹਾਂ, ਕਹਿੰਦੇ ਸਾਡੇ। ਮੈਂ ਕਿਹਾ ਜੀ ਚਲੋ ਤੁਹਾਡੇ ਦੀ ਕਲਾ ਵਾਲੇ ਵੀ ਉਹ ਇੱਥੇ ਡੇਲੀ ਕਰਦੇ ਨੇ। ਮੈਂ ਕਿਹਾ ਉਹਨਾਂ ਰਹਿਤ ਮਰਿਆਦਾ ਨਹੀਂ ਪੜ੍ਹੀ? ਕਹਿੰਦੇ ਪੜ੍ਹੀ ਹੋਊਗੀ, ਪੜ੍ਹੀ ਕਿਉਂ ਨਾ ਹੋਊਗੀ। ਔਰ ਤੁਸੀਂ ਹੈਰਾਨ ਹੋਵੋਗੇ, ਉਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦਾ ਹੈਗਾ। ਅੱਛਾ, ਅਸੀਂ ਜਦੋਂ ਉਹਨਾਂ ਨੂੰ ਕਿਹਾ, ਤੇ ਕਥਾਵਾਚਕ ਭਾਈ ਸਾਹਿਬ ਸਾਨੂੰ ਕਹਿੰਦੇ ਅਸੀਂ ਲੁਧਿਆਣੇ ਵਾਲਿਆਂ ਦੀ ਮਰਿਆਦਾ ਨਹੀਂ ਮੰਨਦੇ। ਅੱਛਾ, ਅਸੀਂ ਕਿਹਾ ਵੀ ਲੁਧਿਆਣੇ ਵਾਲਿਆਂ ਦੀ ਵੀ ਭਾਈ ਮਰਿਆਦਾ, ਕਹਿੰਦੇ ਤੁਸੀਂ ਆਪ ਬਣਾਈ ਹੋਊਗੀ ਮਰਿਆਦਾ। ਅਸੀਂ ਕਿਹਾ ਵੀ ਆਹ ਵੇਖੋ, ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਖਿਆ ਹੋਇਆ ਵਾ, ਇਹਨੂੰ ਅੰਮ੍ਰਿਤਸਰ ਸ਼ਬਦੀ ਵੀ ਉੱਥੋਂ ਉਹੀ ਸ਼ਬਦ ਨੇ। ਇਹ ਇੰਨਾ ਤਾਂ ਇੱਧਰ ਇੱਕ ਵਾਰ ਜਲਾਲਾਬਾਦ ਫਿਰੋਜ਼ਪੁਰ ਇਲਾਕੇ 'ਚ ਅਸੀਂ ਸਮਾਗਮ ਤੇ ਗਏ, ਉੱਥੇ ਮੈਂ ਇੰਨਾ ਹੀ ਕਹਿ ਬੈਠਾ ਵੀ ਭੈਣਾਂ ਵੀ ਪੰਜਾਂ ਪਿਆਰਿਆਂ 'ਚ ਸ਼ਾਮਲ ਹੋ ਸਕਦੀਆਂ। ਤੇ ਮੇਰੇ ਕੋਲ ਅਜੇ ਵੀ ਉਹ ਵੀਡੀਓ ਪਈ ਹੋਈ ਹੈ। ਉੱਥੇ ਇੱਕ ਬਜ਼ੁਰਗ ਬਾਪੂ ਕਹਿੰਦਾ ਅਸੀਂ ਨਹੀਂ ਹੋਣ ਦੇਣੀਆਂ। ਅੱਛਾ,
ਅੱਗੇ ਉੱਠ ਕੇ ਅੱਛਾ ਅੰਮ੍ਰਿਤ ਛਕਿਆ ਉਹਨੇ, ਖੰਡੇ ਬਾਟੇ ਦੀ ਪੌਲ ਲਈ ਹੋਈ। ਅੱਛਾ ਅੱਛਾ। ਮੈਂ ਕਿਹਾ ਵੀ ਮੈਂ ਕਿਹੜਾ ਸ਼ਾਮਲ ਕਰ ਦੇਣ ਲੱਗਾ, ਮੈਂ ਤੇ ਗੱਲ ਹੀ ਕੀਤੀ ਆ। ਕਹਿੰਦਾ ਵੀ ਤੁਹਾਡੀ ਲਾਈ ਉਹ ਸਰਕਾਰ ਨੇ ਕਿਸੇ ਨੇ ਡਿਊਟੀ, ਸਾਡੀ ਬਾਜਾ ਵਾਲਿਆਂ ਨੇ ਡਿਊਟੀ ਲਾਈ ਆ। ਅੱਛਾ ਸੰਗਤ ਸਾਰੀ ਬੈਠੀ। ਅੱਛਾ ਉਹ ਮੈਂ ਕਿਹਾ ਵੀ ਬਾਜਾ ਵਾਲਾ ਤੇਰੀ ਇਹੋ ਡਿਊਟੀ ਲਾ ਗਿਆ ਵੀ ਭੈਣਾਂ ਨੇ ਕਿਤੇ ਪੰਜਾਂ ਪਿਆਰਿਆਂ ਸ਼ਾਮਲ ਹੋ ਜਾਣ ਵੀ ਇਹ ਤੈਨੂੰ ਖਰੜਾ। ਤੇ ਮੈਂ ਕਿਹਾ ਜੀ ਰਹਿਤ ਮਰਿਆਦਾ ਚ ਲਿਖਿਆ, ਕਹਿੰਦਾ ਕਿਸੇ ਰਹਿਤ ਮਰਿਆਦਾ ਚ ਨਹੀਂ ਲਿਖਿਆ, ਇਹ ਆਪਣੇ ਕੋਲੋਂ ਗੱਲਾਂ ਬਣਾਉਂਦੇ ਆ, ਨਵੇਂ ਉੱਠੇ ਪ੍ਰਚਾਰਕ ਨੇ। ਨੌਜਵਾਨ ਜਿਹੜੇ ਉਹ ਤਾਂ ਰੌਲਾ ਪਾ, ਮੈਂ ਕਿਹਾ ਜੀ ਬਹਿ ਕੇ ਸੁਣ ਲਓ, ਕਥਾ ਸਮਾਪਤ ਹੋ ਗਈ, ਆਪਾਂ ਗੱਲ ਕਰ ਲੈਂਦੇ। ਠੀਕ ਹੈ। ਮੇਰੇ ਕੋਲ ਮਰਿਆਦਾ ਪਈ ਹੈ ਗੱਡੀ ਚ, ਤੁਹਾਨੂੰ ਮੈਂ ਵਿਖਾ ਦੂੰਗਾ। ਅੱਛਾ ਕਥਾ ਦੀ ਸਮਾਪਤੀ ਹੋਈ ਜੀ, ਬੰਦਾ ਉਹ ਤੇ ਨਾ ਐ ਵੀ ਜਿਵੇਂ ਕਹਿੰਦਾ ਮੈਂ ਲਿਆਉਣਾ ਮਰਿਆਦਾ, ਇਹ ਗੱਡੀ ਚ ਪਈ ਹੈ। ਕਹਿੰਦਾ ਨਹੀਂ ਮੈਂ ਘਰੋਂ ਲਿਆਉਣੀ ਮਰਿਆਦਾ। ਤੁਸੀਂ ਕੀ ਪਤਾ ਕਿਹੜੀ ਰੱਖੀ ਹੈ, ਮੈਂ ਆਪ ਪੜ੍ਹੀ ਮਰਿਆਦਾ। ਅੱਛਾ ਲੈ ਕੇ ਆਇਆ ਉਹ। ਅੱਛਾ ਅਕਾਲ ਤਖਤ ਵਾਲੀ ਉਹੀ ਲਿਆਇਆ। ਮੈਨੂੰ ਤੇ ਇਹ ਖਤਰਾ ਸੀ ਕਿ ਡੇਰੇ ਵਾਲੀ ਲਿਆਓ, ਸੰਪਰਦਾਇ ਕਿਸੇ ਡੇਰੇ ਲੈ ਵੀ ਅਕਾਲ ਤਖਤ ਵਾਲੀ ਆਇਆ। ਜਦੋਂ ਉਹਨੇ ਅਕਾਲ ਤਖਤ ਦਾ ਦੱਸੋ ਇਹਦੇ ਚ ਕਿੱਥੇ ਲਿਖਿਆ, ਅਸੀਂ ਵੀ ਪੜ੍ਹੇ ਲਿਖੇ ਬੰਦੇ। ਮੈਂ ਉਹ ਰਹਿਤ ਮਰਿਆਦਾ ਖੋਲੀ, ਉਹਦੇ ਚ ਏਦਾਂ ਅੰਮ੍ਰਿਤ ਜਿਹੜਾ ਸੰਚਾਰ ਖੋਲਿਆ, ਅੰਮ੍ਰਿਤ ਸੰਚਾਰ ਟੌਪਿਕ, ਉਹਦੇ ਚ ਮੈਂ ਜਦੋਂ ਦਾ ਪੜ੍ਹਿਆ ਨਾ ਵੀ ਤਿਆਰ ਪਰ ਤਿਆਰ 6 ਸਿੰਘ ਹੋਣੇ। ਮੈਂ ਕਿਹਾ ਜੀ ਮੈਂ ਉਹੋ ਹੀ ਪੜ੍ਹ ਰਿਹਾ, ਪੜ੍ਹਨੀ ਆ ਤਾਂ ਤੁਸੀਂ ਪੜ੍ਹ ਲਓ। ਨਹੀਂ ਤੂੰ ਹੀ ਪੜ੍ਹ। ਉਹ ਜਿਵੇਂ ਬੰਦਾ ਬੜਾ ਗੁੱਸੇ ਤੂੰ ਹੀ ਪੜ੍ਹ। ਮੈਂ ਕਿਹਾ ਜੀ ਆ ਵੇਖੋ ਤਿਆਰ ਪਰ ਤਿਆਰ 6 ਸਿੰਘ ਹੋਣੇ ਚਾਹੀਦੇ ਆ, ਜਿਸ ਵਿੱਚ ਭੈਣਾਂ ਵੀ ਸ਼ਾਮਲ ਹੋ ਸਕਦਾ। ਇਹ ਕਿੱਥੇ ਲਿਖਿਆ? ਮੈਂ ਕਿਹਾ ਜੀ ਇੱਥੇ ਲਿਖਿਆ। ਜਿਵੇਂ ਨਾ ਬੰਦੇ, ਮੈਂ ਕਿਹਾ ਯਾਰ ਘਰ ਸਾਂਭ ਕੇ ਰੱਖੀ, ਭੱਜਾ ਗਿਆ, ਇਹਨੂੰ ਪੜ੍ਹ ਵੀ ਲਓ ਕਿਤੇ। ਸੋ ਇਹ ਬਹੁਤ ਔਖਾ ਆ ਵੀ ਇਹ ਤਾਂ ਛਾਪ ਕੇ ਉਹ ਰੱਖ ਦਿੰਦੇ ਆ। ਇਹ ਤਾਂ ਮਿਸ਼ਨਰੀ ਕਾਲਜਾਂ ਦਾ ਭਲਾ ਹੋਵੇ, ਉਹਨਾਂ ਤੋਂ ਲੈ ਕੇ ਕੈਂਪਾਂ 'ਚ ਜਾ ਕੇ ਪਿੰਡਾਂ 'ਚ ਵੰਡਦੀ, ਨਹੀਂ ਤੇ ਪਿੰਡਾਂ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਵੀ ਅਕਾਲ ਤਖਤ ਵਿਚਾਰਿਆਂ ਨੇ ਬੜੀਆਂ ਔਖੀਆਂ ਲਈਆਂ ਨੇ। ਹਾਂ ਜਦੋਂ ਲੈਣ ਜਾਂਦੇ ਸੀ ਕਹਿੰਦੇ ਸੀ ਅਸੀਂ ਵੰਡਣੀਆਂ ਆ, ਥੋੜੀਆਂ ਲੈ ਜਾਓ। ਜਦੋਂ ਉਹਨਾਂ ਨੂੰ ਪੁੱਛਦੇ ਕਿ ਵੰਡਦੇ ਕਿੱਥੇ ਹੋ, ਜਾਂਦੀਆਂ ਤੇ ਕਿਤੇ ਹੈ ਨਹੀਂ, ਤੇ ਕਹਿੰਦੇ ਨਹੀਂ ਜ਼ਿਆਦੀਆਂ ਨਹੀਂ ਦੇ ਸਕਦੇ। ਖੈਰ ਉਹ ਤਾਂ ਬੜੀ ਸਮੱਸਿਆ ਹੈਗੀ। ਅੱਛਾ ਭਾਈ ਸਾਹਿਬ, ਇਹ ਤਾਂ ਚਲੋ ਇੱਕ ਰਸਮ ਅਲਾਵਾਂ ਦੀ ਰਸਮ ਹੋ ਗਈ। ਇੱਕ ਸਵਾਲ ਮੇਰੇ ਮਨ ਵਿੱਚ ਹੋਰ ਹੈ ਕਿ ਜਦੋਂ ਵੈਸੇ ਮੈਨੂੰ ਪਹਿਲਾਂ ਕਰਨਾ ਚਾਹੀਦਾ ਸੀ, ਚਲੋ ਇਹਦੇ ਨਾਲ ਕੋਰਿਲੇਟ ਹੁੰਦਾ ਆ ਕਿ ਜਦੋਂ ਲੜਕੀ ਤੇ ਲੜਕੇ ਦਾ ਮੰਨ ਲਓ ਰਿਸ਼ਤਾ ਤੈਅ ਕਰਨਾ ਹੈ, ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ? ਕਿਉਂਕਿ ਬਹੁਤਾਂਤ ਜੋ ਅੱਜ ਦਾ ਦੌਰ ਹੈ ਨਾ, ਉਹ ਇਹ ਹੈਗਾ ਆ ਕਿ ਲੜਕਾ ਘੱਟੋ ਘੱਟ ਲੜਕੀ ਦੇ ਪਰਿਵਾਰ ਤੋਂ ਅਮੀਰ ਹੋਣਾ ਚਾਹੀਦਾ ਜਾਂ ਗੌਰਮੈਂਟ ਜੌਬ ਤੇ ਹੋਣਾ ਚਾਹੀਦਾ। ਇਹਦੇ ਬਾਰੇ ਤੁਸੀਂ ਗੁਰਮਤਿ ਦੇ ਮੁਤਾਬਿਕ ਜਾਂ ਤੁਸੀਂ ਆਪਣੇ ਪਰਸਨਲ ਤਜਰਬੇ ਚੋਂ ਕੀ ਫੀਲ ਕਰਦੇ ਆ ਜਾਂ ਕੀ ਸੋਚਦੇ ਆ? ਨਹੀਂ ਉਹ ਮਲਕੀਤ ਸਿੰਘ ਜੀ ਗੱਲ ਇਹ ਆ ਵੀ ਸਾਨੂੰ ਜੇ ਤਾਂ ਅਸੀਂ ਕਹਿੰਦੇ ਆ ਨਾ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ। ਹਾਂਜੀ। ਉਹਦੇ ਨਾਲ ਤੁਹਾਨੂੰ ਬਾਣੀ ਤੇ ਇਤਿਹਾਸ ਦੋਵਾਂ ਚੀਜ਼ਾਂ ਨੂੰ ਸਾਡੇ ਬੰਦੇ ਫੈਸਲਾ ਕਰਨਗੇ ਤੇ ਸੱਚੀ ਮੁੱਚੀ ਬੜੇ ਸੁਖਾਲੇ ਰਹਿਣਗੇ, ਚੰਗੇ ਰਹਿਣਗੇ, ਬਹੁਤ ਜ਼ਿੰਦਗੀ ਸੌਖੀ ਹੋ ਜੂਗੀ। ਹਾਂਜੀ ਹਾਂਜੀ। ਜਦੋਂ ਅਸੀਂ ਕਹਿੰਦੇ ਆ ਨਾ ਵੀ ਲੜਕਾ ਉਹ ਚਾਹੀਦਾ ਜਿਹਦਾ ਸਟੇਟਸ ਸਾਡੀ ਲੜਕੀ ਨਾਲੋਂ ਉੱਤੇ ਦਾ ਹੋਵੇ, ਇਹਦਾ ਮਤਲਬ ਹੈ ਮਾਂ-ਬਾਪ ਚਾਹੁੰਦੇ ਆ ਵੀ ਅਸੀਂ ਇੱਕ ਅਮੀਰ ਬੱਚੇ ਦੇ ਲੜ ਆਪਣੀ ਕੁੜੀ ਲਾ ਦਈਏ ਜਿਹਦੀ ਸਾਰੀ ਜ਼ਿੰਦਗੀ ਉਹ ਗੁਲਾਮੀ ਕਰੇ। ਕਿਉਂਕਿ ਜਦੋਂ ਤੁਸੀਂ ਚੋਣ ਏਦਾਂ ਕਰ ਰਹੇ ਆ ਨਾ, ਤੁਸੀਂ ਫੈਸਲਾ ਏਦਾਂ ਕਰ ਰਹੇ ਆ। ਹੁਣ ਫੈਸਲਾ ਇਹ ਹੋਣਾ ਚਾਹੀਦਾ ਵੀ ਅਸੀਂ ਬੱਚੀ ਦਾ ਕਰਨਾ ਆਨੰਦ ਕਾਰਜ, ਸਾਡੀ ਬੱਚੀ ਹੈ ਪੜ੍ਹੀ ਲਿਖੀ ਸੂਝਵਾਨ ਸਿਆਣੀ, ਇਹਦੇ ਚ ਇਹ ਲਿਆਕਤ ਹੈ, ਇਹ ਲਿਆਕਤ ਵਾਲਾ ਸਾਨੂੰ ਵਰ ਚਾਹੀਦਾ। ਬਿਲਕੁਲ। ਜਿਵੇਂ ਹੁਣ ਉਹਦੇ ਚ ਬਹੁਤ ਵੱਡੀ ਪ੍ਰੋਬਲਮ ਹੈ, ਲੰਮੀ ਚੌੜੀ ਗੱਲਬਾਤ ਹੈ ਇਹ ਵੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਜੇ ਹਿਸਟਰੀ ਚੋਂ ਵੇਖਣਾ ਹੋਵੇ ਆਪਾਂ, ਹਾਂਜੀ ਹਾਂਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਬੱਚੀ ਦੇ ਆਨੰਦ ਕਾਰਜ ਦੀ ਘਰ ਵਿੱਚ ਗੱਲ ਚੱਲਦੀ ਹੈ ਤੇ ਮਾਤਾ ਰਾਮ ਕੌਰ ਜੀ ਕਹਿੰਦੇ ਆ ਵੀ ਆਪਾਂ ਭਾਈ ਜੇਠੇ ਵਰਗਾ ਵਰ ਲੱਭੀਏ। ਠੀਕ ਹੈ। ਹੁਣ ਜੇ ਅੱਜ ਕਿਤੇ ਭੈਣਾਂ ਏਦਾਂ ਘਰ ਵਿੱਚ ਗੱਲ ਕਰ ਦੇਣ ਤੇ ਮੈਨੂੰ ਨਹੀਂ ਲੱਗਦਾ ਵੀ ਮਰਦ ਇਸ ਗੱਲ ਨੂੰ ਸਵੀਕਾਰ ਕਰ ਲੂਗਾ। ਉਹਨੇ ਕਹਿਣਾ ਤੈਨੂੰ ਪਤਾ ਵੀ ਕਿੱਦਾਂ ਦਾ ਲੱਭਣਾ, ਮੈਂ ਵੇਖੂੰਗਾ, ਮੇਰਾ ਸਟੇਟਸ ਹੈ, ਮੇਰਾ ਬਹਿਣ ਖਲੋਣ ਹੈ ਲੋਕਾਂ 'ਚ, ਇਹ ਫੈਸਲਾ ਮੈਂ ਕਰੂੰਗਾ। ਹੁਣ ਜਦੋਂ ਰਾਮ ਕੌਰ ਜੀ ਨੇ ਇਹ ਗੱਲ ਮਾਤਾ ਰਾਮ ਕੌਰ ਜੀ ਨੇ ਕਹੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਵੀ ਜਿੰਨਾ ਚੰਗਾ ਤੂੰ ਸੋਚ ਸਕਦੀ ਹੈ ਨਾ, ਸ਼ਾਇਦ ਇੰਨਾ ਵਧੀਆ ਮੈਂ ਲੜਕੀ ਦੇ ਮਸਲੇ ਤੇ ਨਹੀਂ ਸੋਚ। ਹਾਲਾਂਕਿ ਗੁਰੂ ਸਾਹਿਬ ਨੇ ਉਹ ਵੀ ਜੇ ਤੈਨੂੰ ਲੱਗਦਾ ਭਾਈ ਜੇਠਾ ਜੀ, ਤੇ ਭਾਈ ਜੇਠਾ ਵਰਗਾ ਨਹੀਂ, ਸਗੋਂ ਭਾਈ ਜੇਠਾ ਹੀ ਹੋ ਸਕਦੇ ਆ। ਉਹ ਕਹਿੰਦੇ ਵੀ ਠੀਕ ਆ। ਤੇ ਹੁਣ ਅੱਜ ਦੇ ਦੌਰ ਵਿੱਚ ਵੀ ਜੇ ਅਸੀਂ ਆਪਣੇ ਪਰਿਵਾਰਾਂ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਹੈ ਨਾ, ਜਿੰਨੀ ਡਿਪਰੈਸ਼ਨ, ਟੈਨਸ਼ਨਾਂ, ਇਹ ਸਾਰੀਆਂ ਵਧੀਆਂ ਹੀ ਇੱਥੋਂ। ਕਿਉਂਕਿ ਅਸੀਂ ਹਰ ਬੰਦਾ
ਕਿਉਂਕਿ ਇਕੱਲੇ ਲੜਕੀ ਵਾਲਿਆਂ ਦੀ ਨਹੀਂ ਨਾ, ਲੜਕੇ ਵਾਲੇ ਵੀ ਸੋਚਦੇ ਆ ਵੀ ਜੇ ਮੁੰਡਾ ਵਿਆਹੁਣਾ ਆ ਉਹਨਾਂ ਦਾ ਸਟੇਟਸ ਵੀ ਹਾਈ ਫਾਈ ਹੋਵੇ, ਕੈਸ਼ ਕੀਤਾ ਜਾ ਰਿਹਾ, ਕੈਸ਼ ਕੀਤਾ ਜਾ ਰਿਹਾ ਉਹਨੂੰ। ਤੇ ਜਦੋਂ ਤੁਸੀਂ ਸਟੇਟਸ ਨਾਲ ਜੁੜ ਜਾਂਦੇ ਆ ਨਾ, ਉਹ ਕੱਲ ਬੜੀ ਪਿਆਰੀ ਗੱਲ ਕਿਸੇ ਨੇ ਸੋਸ਼ਲ ਮੀਡੀਆ ਤੇ ਲਿਖੀ ਸੀ ਵੀ ਜਦੋਂ ਤੁਸੀਂ ਬੈਂਕ ਬੈਲੈਂਸ ਵੇਖ ਕੇ ਧੀਆਂ ਵਿਆਹੁਨੇ ਆ ਤੇ ਫਿਰ ਤੁਸੀਂ ਇਹ ਉਮੀਦ ਕਿਉਂ ਕਰਦੇ ਆ ਵੀ ਤੁਹਾਡੀ ਧੀ ਦਾ ਸਤਿਕਾਰ ਹੋਵੇ, ਹਾਂ ਰਿਸਪੈਕਟ ਹੋਵੇ, ਰਿਸਪੈਕਟ ਹੋਵੇ, ਕਿਉਂਕਿ ਤੁਸੀਂ ਰਿਸਪੈਕਟ ਥੋੜੀ ਕੀਤੀ ਅਗਲਿਆਂ ਦੀ। ਹੁਣ ਉਹਦੇ 'ਚ ਇੱਕ ਹੋਰ ਪ੍ਰੋਬਲਮ ਵੀ ਮਲਕੀਤ ਸਿੰਘ ਜੀ, ਜਦੋਂ ਇਹ ਰੁਝਾਨ ਬਣ ਜਾਂਦਾ ਨਾ ਇਦਾਂ ਦਾ ਵੀ ਰਿਸ਼ਤਾ ਉਹਨੂੰ ਹੋਣਾ ਆ ਜਿਹਦੇ ਕੋਲ ਬੈਲੈਂਸ ਜ਼ਿਆਦਾ ਹੋਏਗਾ, ਫਿਰ ਸਾਰੀ ਮਿਹਨਤ ਬੰਦੇ ਪੈਸੇ ਲਈ, ਪੈਸਾ ਕਿਵੇਂ ਇਕੱਠਾ ਹੋਊਗਾ? ਬੇਈਮਾਨੀ ਕਰਕੇ, ਵੱਧ ਤੋਂ ਵੱਧ ਮਿਹਨਤ ਕਰਕੇ। ਹੁਣ ਦੋ ਚੀਜ਼ਾਂ ਵਾਂ ਵੀ ਮਿਹਨਤ ਕਰਕੇ ਪੈਸਾ ਜਿਹੜਾ ਬੰਦਾ ਕਮਾਊਗਾ ਉਹਨੇ ਪਤਨੀ ਨੂੰ ਖਰਚਣ ਨਹੀਂ ਦੇਣਾ। ਬਿਲਕੁਲ, ਵੀ ਬਹੁਤ ਮਿਹਨਤ ਕਰਕੇ ਕਮਾਇਆ ਤੇ ਰਿਸ਼ਤਾ ਉਹਨੂੰ ਤਾਂ ਹੋਇਆ ਕਿਉਂਕਿ ਉਹਨੇ ਬੜੀ ਮਿਹਨਤ ਨਾਲ ਪੈਸਾ ਕਮਾਇਆ, ਫਾਲਤੂ ਨਹੀਂ ਖਰਚਣ ਦੇਣਾ। ਹਾਂ, ਉਹਨੇ ਨਹੀਂ ਨਿੱਕੇ ਨਿੱਕੇ ਖਰਚੇ ਤੇ ਵੀ ਰੌਲਾ ਪਾਉਣਾ ਉਹਨੇ, ਕਿਉਂਕਿ ਬਹੁਤਾ ਹਿੱਸਾ। ਹੁਣ ਜਿਹੜੇ ਬੰਦੇ ਕੋ ਜਿੰਨੇ ਬੇਈਮਾਨੀ ਨਾਲ ਕਮਾਇਆ ਉਹਨੂੰ ਰਿਸ਼ਤਾ ਹੋਇਆ, ਉਹ ਤੇ ਬੰਦਾ ਹੀ ਬੇਈਮਾਨ ਹੈ। ਉਹਨੂੰ ਜਦੋਂ ਕਹੂਗੀ ਵੀ ਤੂੰ ਮੇਰਾ ਸਤਿਕਾਰ ਨਹੀਂ ਕਰਦਾ, ਉਹ ਕਹਿੰਦਾ ਵੀ ਤੇਰਾ ਸਤਿਕਾਰ ਕਿਉਂ ਕਰਾਂ? ਮੇਰੀ ਕੋਠੀ ਵੇਖੀ ਤੇਰੇ ਮਾਂ ਪਿਓ ਨੇ, ਬਿਲਕੁਲ ਮੇਰੀਆਂ ਫੈਸਿਲਿਟੀਆਂ ਵੇਖੀਆਂ, ਤੇ ਇਹਨਾਂ ਫੈਸਿਲਿਟੀਆਂ ਕਰਕੇ ਤੂੰ ਆਈ ਹੈ, ਸਤਿਕਾਰ ਸਤਿਗੁਰ ਨਾਂ ਦੀ ਗੱਲ ਜਿਹੜੀ ਹੈ ਉਹ ਭੁੱਲ ਜਾ। ਸੋ ਇੱਥੋਂ ਜਿਹੜੀ ਸੈਲਫ ਰਿਸਪੈਕਟ ਹੈ ਨਾ, ਇੱਕ ਮੈਨੂੰ ਮੇਰੀ ਇੱਜ਼ਤ, ਮੈਂ ਬੜੀ ਵੀ ਹਾਈ ਫਾਈ ਲੈਵਲ ਤੇ ਹੋਵੇ ਤੇ ਕੋਈ ਬੰਦਾ ਕਿੰਨੇ ਵੀ ਨਾਰਮਲ ਲੈਵਲ ਤੇ ਹੋਵੇ, ਹਰ ਬੰਦੇ ਦੀ ਸੈਲਫ ਰਿਸਪੈਕਟ ਹੁੰਦੀ ਹੈ। ਬਿਲਕੁਲ, ਉਹ ਜ਼ਰੂਰੀ ਹੈ। ਉਹ ਜਦੋਂ ਸੈਲਫ ਰਿਸਪੈਕਟ ਨੂੰ ਸੱਟ ਵੱਜਦੀ ਹੈ ਨਾ, ਫਿਰ ਤਣਾਅ ਵੱਧਦੇ ਆ, ਤਣਾਅ ਵਿੱਚੋਂ ਮੁਸ਼ਕਲਾਂ ਵੱਧਦੀਆਂ। ਗੱਲ ਫਿਰ ਉੱਥੇ ਵੀ ਚੱਲ ਤੂੰ ਮੇਰੇ ਨਾਲ ਨਹੀਂ ਰਹਿਣਾ, ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ। ਤੇ ਜੇ ਰਿਸ਼ਤੇ ਗੱਲ ਆ ਜਾਏ ਕਿਤੇ ਵੀ ਅਸੀਂ ਬੱਚੀ ਲਈ ਯੋਗ ਵਰ ਲੱਭਣਾ ਆ ਜਿਹੜਾ ਸਾਡੇ ਨਾਲ ਰਲ ਕੇ ਬਹਿ ਸਕੇ ਤੇ ਪਰਿਵਾਰ ਦੀ ਸੁੱਖ ਸਹੂਲਤ ਵੇਲੇ ਅਸੀਂ ਇੱਕ ਦੂਜੇ ਦੇ ਦੁੱਖ ਤੇ ਬਹੁਤਾ ਸਮਾਂ ਨਹੀਂ ਲੱਗੂਗਾ। ਅਸੀਂ ਦੁਨੀਆ ਦਾ ਦਾਅਵਾ ਨਹੀਂ ਕਰਦੇ, ਪਰ ਨਾਨਕ ਨਾਮ ਲੇਵਾ ਸਿੱਖਾਂ ਦੇ ਘਰ ਸਵਰਗ ਬਣ ਜਾਣਗੇ। ਹਾਂ ਬਿਲਕੁਲ, ਜਿਵੇਂ ਉਹ ਕਹਿੰਦੇ ਨੇ ਨਾ ਕਿ ਜ਼ਿੰਦਗੀ ਜਿਉਣ ਲਈ ਪੈਸਾ ਜ਼ਰੂਰੀ ਹੈ, ਪਰ ਜ਼ਰੂਰੀ ਨਹੀਂ ਕਿ ਚੰਗੀ ਜ਼ਿੰਦਗੀ ਸਿਰਫ ਪੈਸੇ ਨਾਲ। ਕਿਉਂਕਿ ਅੱਜ ਦੀ ਜਿਹੜੀ ਸਾਡੇ ਸਮਾਜ ਦੀ ਦੌੜ ਲੱਗੀ ਹੋਈ ਹੈ, ਉਹ ਕਾਰਾਂ ਕੋਠੀਆਂ ਜ਼ਮੀਨਾਂ ਦੇ ਵਿੱਚ ਲੱਗੀ ਹੋਈ ਹੈ। ਤੇ ਜਿਵੇਂ ਭਾਈ ਸਾਹਿਬ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਉਹ ਫਿਰ ਬੰਦਾ ਪੈਸਾ ਕਮਾਉਣ ਦੇ ਵਿੱਚ ਰੁੱਝ ਜਾਏਗਾ, ਉਹ ਨਾ ਪਤਨੀ ਨੂੰ ਸਮਾਂ ਦੇ ਸਕੇਗਾ, ਨਾ ਬੱਚਿਆਂ ਨੂੰ ਸਮਾਂ ਦੇ ਸਕੇਗਾ। ਤੇ ਜਦੋਂ ਸਮਾਂ ਨਹੀਂ ਦਿੱਤਾ ਜਾਏਗਾ ਤੇ ਫਿਰ ਇਸ ਗੱਲ ਦੀ ਲੜਾਈ ਹੋਏਗੀ ਕਿ ਮੈਨੂੰ ਸਮਾਂ ਨਹੀਂ ਦਿੱਤਾ। ਪਰ ਪਹਿਲਾਂ ਹਾਲਾਤ ਆਪ ਇਦਾਂ ਦੇ ਚੁਣੇ ਆ। ਈਵਨ ਕਿ ਹੋਣਾ ਇਹ ਚਾਹੀਦਾ ਸੀਗਾ ਕਿ ਅਸੀਂ, ਜਿਵੇਂ ਤੁਸੀਂ ਦੱਸਿਆ ਕਿ ਯੋਗ ਵਾਰ ਵੇਖਿਆ ਜਾਂਦਾ, ਉਹ ਨਸ਼ੇ ਤੋਂ ਰਹਿਤ ਹੁੰਦਾ, ਉਹ ਬੇਈਮਾਨ ਨਾ ਹੁੰਦਾ। ਜਿਵੇਂ ਅਕਸਰ ਗੱਲ ਕਰਦੇ ਕਿ ਇੱਕ ਓੰਕਾਰ, ਰੱਬ ਇੱਕ ਹੈ।